ਜਿਸ ਸ਼ਬਦ ਦਾ ਅੱਜ ਵਿਖਿਆਨ, ਜਿਸ ਸ਼ਬਦ ਦੀ ਵਿਆਖਿਆ ਆਪ ਸੰਗਤਾਂ ਦੇ ਨਾਲ ਸਾਂਝੀ ਕਰਨੀ ਹੈ, ਗੁਰੂ ਪਾਤਸ਼ਾਹ ਜੀ ਦੀ ਬਾਣੀ ਦਾ ਮੂਲ ਪਾਠ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸ਼ਬਦ ਦੀ ਵਿਚਾਰ ਨਾਲ ਜੁੜਨ ਤੋਂ ਪਹਿਲਾਂ ਆਓ ਸਮੂਹ ਸੰਗਤ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ 'ਚ ਸੀਸ ਝੁਕਾਈਏ। ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਅਤੇ ਉਹਨਾਂ ਦੇ ਪਾਵਨ ਸਿੱਖਾਂ ਅਸੀਂ ਸਾਰਿਆਂ ਨੇ ਆਸ਼ੀਰਵਾਦ ਪ੍ਰਾਪਤ ਕਰਨਾ ਹੈ ਤੇ ਅਸੀਸ ਬਖਸ਼ਿਓ। ਸਮੂਹ ਸੰਗਤ ਪਿਆਰ ਸਹਿਤ ਫਤਿਹ ਬੁਲਾਵੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜੋ ਪਾਵਨ ਸ਼ਬਦ ਸ਼੍ਰੋਮਣੀ ਭਗਤ ਕਬੀਰ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ, ਗੌੜੀ ਰਾਗ ਅੰਦਰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 331 ਅੰਗ ਉੱਪਰ ਸੁਭਾਇਮਾਨ ਹੈ। ਗੁਰਮੁਖ ਪਿਆਰੇ, ਜਦੋਂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਜਾਪ ਅਸੀਂ ਕਰਦੇ ਹਾਂ, ਸਮੁੱਚੀ ਬਾਣੀ ਅੰਦਰ ਇੱਕ ਓਅੰਕਾਰ ਤੋਂ ਲੈ ਕੇ 18, 10, 20 ਤੱਕ ਸਮੁੱਚੀ ਬਾਣੀ ਦੇ ਅੰਦਰ ਗੁਰੂ ਪਾਤਸ਼ਾਹ ਜੀ ਨੇ ਮਨੁੱਖ ਨੂੰ ਉਹਦੇ ਜੀਵਨ ਦਾ ਲਕਸ਼ ਸਮਝਾਇਆ ਹੈ। ਇਨਸਾਨ ਕਿਸ ਕਾਰਜ ਵਾਸਤੇ ਇਸ ਧਰਤੀ ਤੇ ਆਇਆ, ਕਿਸ ਮਕਸਦ ਵਾਸਤੇ ਅਕਾਲ ਪੁਰਖ ਨੇ ਇਹ ਕਿਰਪਾ ਕੀਤੀ ਕਿ ਮਨੁੱਖਾ ਦੇਹੀ ਪ੍ਰਾਪਤ ਹੋਈ ਹੈ, ਉਸੇ ਆਦੇਸ਼ ਨੂੰ ਪੂਰੀਆਂ ਕਰਨ ਵਾਸਤੇ, ਉਸੇ ਆਦੇਸ਼ ਦੀ ਪੂਰਤੀ ਵਾਸਤੇ ਇਹ ਮਨੁੱਖਾ ਦੇਹੀ ਇਨਸਾਨ ਨੂੰ ਪ੍ਰਾਪਤ ਹੋਈ। ਪਰ ਗੁਰਮੁਖ ਪਿਆਰਿਓ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਿਰਪਾ ਕਰਦੇ ਨੇ ਕਿ ਇਹ ਮਨੁੱਖਾ ਦੇਹੀ ਦਾ ਜਿਹੜਾ ਤੱਤ ਸਾਰ ਹੈ, ਮਨੁੱਖਾ ਦੇਹੀ ਪ੍ਰਾਪਤ ਕਰਨ ਦਾ ਜੋ ਮਕਸਦ ਹੈ, ਇਹ ਮਕਸਦ ਕੀ ਹੈ ਕਿ ਤੂੰ ਆਪਣੇ ਮੂਲ ਦੇ ਨਾਲ ਸਾਂਝ ਪਾਉਣੀ ਆ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਜਦੋਂ ਇਨਸਾਨ ਆਪਣੇ ਮੂਲ ਦੀ ਪਹਿਚਾਣ ਕਰ ਲੈਂਦਾ ਹੈ, ਜਦੋਂ ਇਸ ਗੱਲ ਦੀ ਸਮਝ ਆ ਜਾਂਦੀ ਹੈ ਕਿ ਭਾਈ ਇਹ ਜਿਹੜੀ ਵਾਰੀ ਮਿਲੀ ਹੈ ਉਸ ਅਕਾਲ ਪੁਰਖ ਦੇ ਨਾਲ ਇੱਕ ਮਿਕਤਾ ਹਾਸਲ ਕਰਨ ਵਾਸਤੇ ਮਿਲੀ ਹੈ, ਉਸ ਵਾਹਿਗੁਰੂ ਤੱਕ ਪਹੁੰਚ ਕਰਨ ਵਾਸਤੇ ਮਿਲੀ ਹੈ, ਤੇ ਇਹ ਅਜ਼ਾਈ ਨਹੀਂ ਜਾਣ ਦੇਣੀ। ਫਿਰ ਇਨਸਾਨ ਜਦੋਂ ਆਪਣੇ ਮਕਸਦ ਨੂੰ ਸਮਝ ਲੈਂਦਾ ਹੈ ਤੇ ਅਕਾਲ ਪੁਰਖ ਉਹਦਾ ਸਹਾਈ ਬਣ ਜਾਂਦਾ ਹੈ। ਇਸੇ ਅਵਸਥਾ ਨੂੰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅੰਦਰ ਸ਼ਹੀਦਾਂ ਦੇ ਸਰਤਾਜ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਸੇ ਹੀ ਅਵਸਥਾ ਨੂੰ, ਮਨੁੱਖ ਦੀ ਇਸ ਸਾਂਝ ਨੂੰ ਬ੍ਰਹਮ ਗਿਆਨੀ ਵੀ ਆਖਿਆ ਏ। ਕਿਤੇ ਬਾਣੀ ਅੰਦਰ ਇਸ ਪ੍ਰਤੀ ਬੇਗਮਪੁਰਾ ਸ਼ਬਦ ਵੀ ਵਰਤਿਆ ਗਿਆ ਏ। ਅੱਜ ਜੋ ਭਗਤ ਕਬੀਰ ਸਾਹਿਬ ਜੀ ਦਾ ਸ਼ਬਦ ਆਪ ਜੀ ਨੇ ਸਰਵਣ ਕੀਤਾ ਏ, ਭਗਤ ਸਾਹਿਬ ਜੀ ਨੇ ਇਸੇ ਹੀ ਅਵਸਥਾ ਨੂੰ ਪਰਮਗਤ ਆਖਿਆ ਏ। ਭਗਤ ਜੀ ਨੇ ਇਸੇ ਪ੍ਰਕਰਨ ਦੇ ਵਿੱਚ ਅੱਜ ਦੇ ਇਸ ਸ਼ਬਦ ਅੰਦਰ ਇਸ ਅਵਸਥਾ ਨੂੰ ਪਰਮਗਤ ਕਹਿ ਕੇ ਪ੍ਰਚਾਰਿਆ। ਮਨੁੱਖ ਆਪਣੇ ਜੀਵਨ ਦੇ ਵਿੱਚ ਕਰਮ ਕਰਦਾ ਹੈ ਕਿ ਮੈਂ ਪਰਮਾਤਮਾ ਤੱਕ ਆਪਣੀ ਪਹੁੰਚ ਬਣਾ ਲਵਾਂ, ਪਰ ਗੁਰਮੁਖ ਪਿਆਰਿਓ, ਆਪਣੇ ਨਿੱਜ ਦੇ ਕਰਮਾਂ ਕਰਕੇ ਜੇਕਰ ਇਨਸਾਨ ਸੋਚੇ ਕਿ ਮੈਂ ਉਸ ਅਕਾਲ ਪੁਰਖ ਤੱਕ ਪਹੁੰਚ ਜਾਵਾਂਗਾ, ਤੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਿਰਪਾ ਕਰਦੇ ਨੇ, ਕਹਿੰਦੇ ਸੱਜਣਾ ਨਹੀਂ, ਜਿੰਨਾ ਤੱਕ ਉਸ ਦੀ ਨਜ਼ਰ ਤੇਰੇ ਉੱਪਰ ਨਹੀਂ ਹੁੰਦੀ, ਜਿੰਨਾ ਚਿਰ ਉਸ ਮਾਲਕ ਦੀ ਰਹਿਮਤ ਤੇਰੇ ਉੱਤੇ ਨਹੀਂ, ਜਿੰਨਾ ਚਿਰ ਮਾਲਕ ਮਦਦਗਾਰ ਨਹੀਂ ਬਣਦਾ, ਤੂੰ ਆਪਣੇ ਨਿੱਜ ਦੇ ਕਰਮਾਂ ਕਰਕੇ ਨਹੀਂ ਪਹੁੰਚ ਸਕਦਾ। ਜੇ ਉਹ ਮਦਦਗਾਰ ਬਣੇਗਾ ਫਿਰ ਤੂੰ ਆਪਣੇ ਮੂਲ ਦੀ ਪਹਿਚਾਣ ਕਰਕੇ ਆਪਣੇ ਮੂਲ ਦੇ ਨਾਲ ਜੁੜ ਸਕਦਾ ਹੈ। ਜੇ ਨਜ਼ਰ ਸਵੱਲੀ ਹੋ ਜਾਵੇ ਉਸ ਮਾਲਕ ਦੀ, ਤੇ ਭਾਈ ਉਹ ਕੀੜੇ ਨੂੰ ਪਾਤਸ਼ਾਹੀ ਬਖਸ਼ ਦਿੰਦਾ ਏ, ਤੇ ਨਜ਼ਰ ਜੇ ਕਿਤੇ ਮਾਲਕ ਦੀ ਉਪੱਠੀ ਹੋ ਜਾਵੇ ਤੇ ਉਹ ਵੱਡੇ ਵੱਡੇ ਰਾਜੇ ਮਹਾਰਾਜਿਆਂ ਨੂੰ ਵੀ ਮਿੱਟੀ ਦੇ ਵਿੱਚ ਮਿਲਾ ਦਿੰਦਾ ਹੈ। ਅੱਜ ਦੇ ਇਸ ਪਾਵਨ ਸ਼ਬਦ ਅੰਦਰ
ਜਿਸ ਦੀ ਵਿਚਾਰ ਦੇ ਨਾਲ ਆਪ ਸਭ ਸੰਗਤਾਂ ਨੇ ਜੁੜਨਾ ਹੈ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅੰਦਰ ਭਗਤ ਕਬੀਰ ਸਾਹਿਬ ਜੀ ਆਪਣੀ ਰਸਨਾ ਦੇ ਨਾਲ ਉਚਾਰੇ ਹੋਏ ਸ਼ਬਦ ਅੰਦਰ ਬਿਆਨ ਕਰਦੇ ਨੇ। ਅਬ ਮੋਹ ਕੋ ਭਏ ਰਾਜਾ ਰਾਮ ਸਹਾਈ, ਜਨਮ ਮਰਨ ਕਟ ਪਰਮਗਤ ਪਾਈ। ਗੁਰਮੁਖ ਪਿਆਰਿਓ, ਜਦੋਂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੀ ਵਿਆਖਿਆ ਅਸੀਂ ਕਰਦੇ ਹਾਂ ਜਾਂ ਸ਼ਬਦ ਦੀ ਵਿਆਖਿਆ ਅਸੀਂ ਕਰਦੇ ਹਾਂ, ਸਭ ਤੋਂ ਪਹਿਲਾ ਸ਼ਬਦ ਭਗਤ ਸਾਹਿਬ ਜੀ ਨੇ ਅਬ ਸ਼ਬਦ ਵਰਤਿਆ ਹੈ ਕਿ ਹੁਣ। ਪਹਿਲਾਂ ਦੀ ਗੱਲ ਨਹੀਂ ਕੀਤੀ। ਭਗਤ ਜੀ ਕਹਿੰਦੇ ਨੇ ਹੁਣ ਅਬ ਮੋਹ ਕੋ ਭਏ ਰਾਜਾ ਰਾਮ ਸਹਾਈ। ਰਾਜਾ ਦਾ ਅਰਥ ਹੈ ਚਾਨਣ ਦੇਣ ਵਾਲਾ, ਪ੍ਰਕਾਸ਼ ਕਰਨ ਵਾਲਾ। ਰਾਮ ਸ਼ਬਦ ਦਾ ਭਾਵ ਹੈ ਕਿ ਜਿਹੜਾ ਪਰਮਾਤਮਾ ਸਾਰੀ ਕਾਇਨਾਤ ਦੇ ਵਿੱਚ ਰਮਿਆ ਹੋਇਆ ਏ, ਜਿਹੜਾ ਸ੍ਰਿਸ਼ਟੀ ਦੇ ਜਰੇ ਜਰੇ ਦੇ ਵਿੱਚ ਸਮਾਇਆ ਹੋਇਆ ਏ। ਅਬ ਮੋਹ ਕੋ ਭਏ ਰਾਜਾ ਰਾਮ ਸਹਾਈ, ਸਾਰੀ ਸ੍ਰਿਸ਼ਟੀ ਨੂੰ ਪ੍ਰਕਾਸ਼ ਦੇਣ ਵਾਲਾ, ਸਾਰੀ ਸ੍ਰਿਸ਼ਟੀ ਨੂੰ ਚਾਨਣ ਦੇਣ ਵਾਲਾ, ਜਿਹੜਾ ਧਰਤੀ ਦੇ ਜਰੇ ਜਰੇ ਦੇ ਵਿੱਚ, ਬ੍ਰਹਿਮੰਡ ਦੇ ਜਰੇ ਜਰੇ ਦੇ ਵਿੱਚ ਵਸਿਆ ਹੋਇਆ ਪਰਮਾਤਮਾ ਏ। ਅਬ ਮੋਹ ਕੋ ਭਏ ਰਾਜਾ ਰਾਮ ਸਹਾਈ, ਉਹ ਪਰਮਾਤਮਾ ਹੁਣ ਮੇਰਾ ਮਦਦਗਾਰ ਹੋ ਗਿਆ ਏ। ਉਹ ਮੇਰਾ ਪਰਮਾਤਮਾ ਹੁਣ ਮੇਰਾ ਸਹਾਈ ਹੋ ਗਿਆ ਏ। ਬਾਬਾ ਕਬੀਰ ਜੀ ਨੇ ਅਬ ਸ਼ਬਦ ਵਰਤਿਆ ਏ। ਤੇ ਗੁਰਮੁਖ ਪਿਆਰਿਓ, ਬਾਬਾ ਕਬੀਰ ਜੀ ਦੀ ਬਾਣੀ ਦੇ ਅੰਦਰ ਬੜੇ ਸੁੰਦਰ ਬਚਨ ਆਉਂਦੇ ਨੇ। ਬਾਬਾ ਕਬੀਰ ਜੀ ਕਹਿੰਦੇ ਨੇ, ਪਹਿਲੀ ਕਰੂਪ ਕੁਜਾਤ ਕੁਲੱਖਣੀ। ਬਾਬਾ ਕਬੀਰ ਜੀ ਨੇ ਆਪਣੀ ਬਾਣੀ ਦੇ ਅੰਦਰ ਸ਼ਬਦ ਦੋ ਵਰਤੇ ਨੇ। ਅਬ ਕੀ ਸਰੂਪ ਸੁਜਾਨ ਸੁਲੱਖਣੀ। ਕਹਿੰਦੇ ਜਦੋਂ ਪਰਮਾਤਮਾ ਦੀ ਮੇਰੇ ਉੱਤੇ ਰਹਿਮਤ ਨਹੀਂ ਸੀ ਹੋਈ, ਉਦੋਂ ਮੇਰੀ ਮਤ ਕਰੂਪ ਸੀ, ਕੋ ਲੱਖਣੀ ਸੀ। ਉਹ ਪਰਮਾਤਮਾ ਦੇ ਨੇੜੇ ਮੈਨੂੰ ਲੱਗਣ ਨਹੀਂ ਸੀ ਦਿੰਦੀ। ਨਾ ਮੈਨੂੰ ਇਸ ਦੁਨੀਆ ਦੇ ਵਿੱਚ ਸਤਿਕਾਰ ਮਿਲਿਆ, ਨਾ ਮੈਨੂੰ ਪਰਮਾਤਮਾ ਦੇ ਦਰਬਾਰ ਦੇ ਵਿੱਚ ਸਤਿਕਾਰ ਮਿਲਣ ਦੀ ਗੱਲ ਮੈਨੂੰ ਕੋਈ ਜਾਪਦੀ ਸੀ। ਮਾਲਕ ਜੀ ਆਖਦੇ ਨੇ, ਕਹਿੰਦੇ ਜਦੋਂ ਉਸ ਪਰਮਾਤਮਾ ਨੇ ਮੇਰੇ ਉੱਤੇ ਕਿਰਪਾ ਕਰ ਦਿੱਤੀ, ਜਦੋਂ ਮੇਰੇ ਉੱਤੇ ਰਹਿਮਤ ਕਰ ਦਿੱਤੀ, ਤੇ ਫਿਰ ਰਹਿਮਤ ਜਦੋਂ ਮਾਲਕ ਕਰਦਾ ਏ ਤੇ ਵਡਿਆਈਆਂ ਵੇਖੋ ਕਿੱਡੀਆਂ ਕਿੱਡੀਆਂ ਵੱਡੀਆਂ ਮਿਲਦੀਆਂ ਨੇ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਬੜਾ ਸੁੰਦਰ ਬਚਨ ਹੈ। ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ, ਆੜ ਦਾਮ ਕੋ ਸ਼ੀਪਰੋ ਹੋਇਓ ਲਖੀਨਾ। ਜਿਹਨੂੰ ਦੁਨੀਆ ਦੇ ਲੋਕ ਆਖਦੇ ਸਨ ਕਿ ਅੱਧੀ ਦੰਬੜੀ ਦਾ ਸ਼ੀਂਬਾ, ਮਾਲਕ ਨੇ ਐਸੀ ਕਿਰਪਾ ਕਰ ਦਿੱਤੀ ਕਿ ਸਾਰੀ ਲੁਕਾਈ ਉਹਦੇ ਚਰਨਾਂ ਦੇ ਵਿੱਚ ਆ ਕੇ ਡਿੱਗੀ। ਅੱਜ ਜਿੱਥੇ ਅਸੀਂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਨਮਸਕਾਰ ਕਰਦੇ ਹਾਂ, ਨਾਲ ਭਗਤ ਨਾਮਦੇਵ ਜੀ ਨੂੰ ਵੀ ਅਸੀਂ ਨਮਸਕਾਰ ਕਰਦੇ ਹਾਂ। ਇਹ ਵਡਿਆਈ ਹੈ ਜਦੋਂ ਪਰਮਾਤਮਾ ਆਪਣੇ ਪਿਆਰਿਆਂ ਤੇ ਸਹਾਈ ਹੋ ਜਾਂਦਾ ਹੈ। ਬਾਬਾ ਕਬੀਰ ਜੀ ਵਿਚਾਰ ਦਿੰਦੇ ਨੇ ਅਗਲੀ ਪੰਕਤੀ ਦੇ ਅੰਦਰ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਦ੍ਰਿਸ਼ਟਾਂਤ ਦਿੱਤਾ ਹੈ ਬਾਬਾ ਕਬੀਰ ਜੀ ਦਾ। ਬੁਣਨਾ ਤਣਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੋਲਾਹਰਾ ਭਇਓ ਗੁਣੀ ਗਹੀਰਾ। ਜਿਹਨੂੰ ਦੁਨੀਆ ਦੇ ਲੋਕ ਆਖਦੇ ਸਨ ਨੀਚ ਕੁਲ ਦਾ ਏ, ਇਹ ਸਾਡੇ ਵਿੱਚ ਆ ਕੇ ਕੁਝ ਕਰ ਨਹੀਂ ਸਕਦਾ, ਪਰਮਾਤਮਾ ਦਾ ਸਿਮਰਨ ਨਹੀਂ ਕਰ ਸਕਦਾ। ਮਾਲਕ ਜੀ ਕਹਿੰਦੇ ਉਸ ਉੱਤੇ ਐਸੀ ਰਹਿਮਤ ਹੋਈ। ਬਾਬਾ ਕਬੀਰ ਜੀ ਕਹਿੰਦੇ ਐਸਾ ਪਰਮਾਤਮਾ ਮੇਰੇ ਉੱਤੇ ਸਹਾਈ ਹੋਇਆ ਕਿ ਜਦੋਂ ਮੈਂ ਸੰਸਾਰ ਦੀ ਕਾਰ ਵਿਹਾਰ ਕਰਦਿਆਂ ਹੋਇਆਂ ਆਪਣਾ ਮਨ ਉਹਦੇ ਚਰਨਾਂ ਦੇ ਵਿੱਚ ਟਿਕਾ ਦਿੱਤਾ, ਆਪਣੀ ਸੁਰਤ ਨੂੰ ਉਸ ਪਰਮਾਤਮਾ ਦੇ ਵਿੱਚ ਟਿਕਾ ਦਿੱਤਾ, ਤੇ ਕਹਿੰਦੇ ਪਰਮਾਤਮਾ ਐਸਾ ਮੇਰਾ ਸਹਾਈ ਹੋਇਆ ਕਿ ਜਨਮ ਮਰਨ ਕਟ ਪਰਮਗਤ ਪਾਈ। ਦੁਨੀਆ ਦੇ ਲੋਕ ਜਿਸ ਪਦਵੀ ਨੂੰ ਲੋਚਦੇ ਨੇ, ਪਰਮਾਤਮਾ ਨੇ ਉਹ ਪਦਵੀ ਮੈਨੂੰ ਆਪ ਸਹਾਈ ਹੋ ਕੇ ਬਖਸ਼ ਦਿੱਤੀ ਹੈ। ਜੇ ਮਨੁੱਖ ਆਖੇ ਕਿ ਮੈਂ ਆਪਣੇ ਕਰਮਾਂ ਕਰਕੇ ਉਹ ਪਰਮਗਤ ਬ੍ਰਹਮ ਗਿਆਨ ਦੀ ਅਵਸਥਾ, ਜਾਂ ਜਿਸ ਸ਼ਬਦ ਨੂੰ ਬਾਣੀ ਅੰਦਰ ਬੇਗਮਪੁਰਾ ਆਖਿਆ ਗਿਆ ਹੈ ਕਿ ਜੇ ਮੈਂ ਉਹ ਪਰਮਗਤ ਨੂੰ ਪ੍ਰਾਪਤ ਕਰ ਲਵਾਂ, ਤੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਿਰਪਾ ਕਰਦੇ ਨੇ। ਕਹਿੰਦੇ ਸੱਜਣਾ, ਤੂੰ ਆਪਣੇ ਨਿੱਜੀ ਸਵਾਰਥਾਂ ਕਰਕੇ, ਆਪਣੇ ਨਿੱਜ ਦੇ ਕਰਮਾਂ ਕਰਕੇ ਉਹ ਅਵਸਥਾ ਪ੍ਰਾਪਤ ਨਹੀਂ ਕਰ ਸਕਦਾ। ਜੇ ਅਕਾਲ ਪੁਰਖ ਤੇਰਾ ਸਹਾਈ ਹੋ ਜਾਵੇ, ਜੇ ਉਹ ਪਰਮਾਤਮਾ ਤੇਰੇ ਉੱਤੇ ਕਿਰਪਾ ਕਰ ਦੇਵੇ, ਤੇ ਫਿਰ ਤੂੰ ਉਸ ਪਰਮਗਤ ਨੂੰ ਪ੍ਰਾਪਤ ਕਰ ਸਕਦਾ ਹੈ। ਫਿਰ ਤੇਰਾ ਜਨਮ ਮਰਨ ਕੱਟਿਆ ਜਾ ਸਕਦਾ ਹੈ। ਫਿਰ ਤੇਰੇ ਉੱਤੇ ਰਹਿਮਤ ਹੋਵੇਗੀ ਕਿ ਭਾਈ ਜਿਹੜਾ ਤੇਰਾ ਜਨਮ ਤੇ ਮਰਨ ਦਾ ਰੋਗ ਹੈ, ਜਿਹੜਾ ਤੇਰਾ ਆਵਾਗਮਨ ਦਾ ਰੋਗ ਹੈ, ਜਿਹੜਾ ਮਨੁੱਖ ਨੂੰ ਡਰ ਲੱਗਾ ਹੋਇਆ ਏ
ਕਿ ਭਾਈ ਇਸ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਕਿਤੇ ਮੌਤ ਮੈਨੂੰ ਨਾ ਆ ਜਾਵੇ। ਮਾਲਕ ਜੀ ਕਹਿੰਦੇ ਫਿਰ ਮੌਤ ਦਾ ਡਰ ਤੈਨੂੰ ਸਤਾਵੇਗਾ ਨਹੀਂ। ਮੌਤ ਦਾ ਡਰ ਤੈਨੂੰ ਪ੍ਰਕਾਲ ਪੁਰਖ ਦੇ ਨਾਲੋਂ ਤੋੜ ਨਹੀਂ ਸਕਦਾ। ਇਤਿਹਾਸਕ ਦ੍ਰਿਸ਼ਟਾਂਤ ਆਪ ਸੰਗਤਾਂ ਦੇ ਨਾਲ ਸਾਂਝਾ ਕਰਾਂ ਕਿ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਸਿੱਖਾਂ ਨੂੰ ਇਹ ਗੱਲ ਆਖੀ, ਕਹਿੰਦੇ ਪਹਾੜੀ ਰਾਜਿਆਂ ਦਾ ਹਾਥੀ ਜਿਹੜਾ ਏ ਉਹਨੂੰ ਸ਼ਰਾਬੀ ਕਰਕੇ ਕਿਲੇ ਦੇ ਨਾਲ ਟੱਕਰ ਮਾਰ ਕੇ ਕਿਲੇ ਦਾ ਦਰਵਾਜ਼ਾ ਤੋੜਨਾ ਏ, ਤੇ ਸਾਡਾ ਸਿੱਖ ਦੁਨੀ ਚੰਦ ਜਿਹੜਾ ਏ ਹਾਥੀ ਦੇ ਨਾਲ ਮੁਕਾਬਲਾ ਕਰੇਗਾ। ਮੌਤ ਦਾ ਡਰ ਸੀ। ਦੁਨੀ ਚੰਦ ਨੂੰ ਵਿਸ਼ਵਾਸ ਨਹੀਂ ਸੀ ਗੁਰੂ ਉੱਤੇ ਰਿਹਾ ਕਿ ਗੁਰੂ ਜਿਹੜਾ ਏ ਮਸਤੇ ਹੋਏ ਹਾਥੀ ਦੇ ਨਾਲ ਲੜਾ ਸਕਦਾ ਏ। ਦੁਨੀ ਚੰਦ ਮੌਤ ਦੇ ਡਰ ਉੱਤੋਂ ਭੱਜ ਗਿਆ, ਪਰ ਜਦੋਂ ਥਾਪੜਾ ਭਾਈ ਬਚਿੱਤਰ ਸਿੰਘ ਨੂੰ ਦਿੱਤਾ ਏ ਤੇ ਉਹ ਮਸਤੇ ਹੋਏ ਹਾਥੀ ਦੇ ਨਾਲ ਲੜ ਗਿਆ ਏ। ਜਨਮ ਮਰਨ ਕੱਟ ਪਰਮਗਤ ਪਾਈ, ਡਰਿਆ ਤੇ ਮੌਤ ਦੇ ਉੱਪਰੋਂ, ਪਰ ਮੌਤ ਅੱਗੇ ਹੀ ਜਾ ਕੇ ਤਿਆਰ ਹੋ ਗਈ। ਜਦੋਂ ਕਿਲੇ ਨੂੰ ਟੱਪਣ ਲੱਗਾ ਏ, ਕੰਧ ਟੱਪ ਕੇ ਭੱਜਣ ਲੱਗਾ ਏ ਤੇ ਮੌਤ ਅੱਗੇ ਖੜੀ ਆ, ਕਿਲੇ ਤੋਂ ਡਿੱਗਾ, ਲੱਤ ਟੁੱਟ ਗਈ, ਠੀਕ ਨਹੀਂ ਹੋਈ ਤੇ ਜਿਹੜਾ ਸੀ ਅਕਾਲ ਚਲਾਣਾ ਕਰ ਗਿਆ। ਤੇ ਗੁਰਮੁਖ ਪਿਆਰਿਓ, ਜਿੱਥੇ ਪਰਮਾਤਮਾ ਸਹਾਈ ਹੋ ਜਾਵੇ, ਜਿੱਥੇ ਉਹ ਅਕਾਲ ਪੁਰਖ ਮਦਦਗਾਰ ਹੋ ਜਾਵੇ, ਤੇ ਮਾਲਕ ਜੀ ਕਿਰਪਾ ਕਰਦੇ ਨੇ। ਕਹਿੰਦੇ ਸੱਜਣਾ, ਜਨਮ ਤੇ ਮਰਨ ਦਾ ਡਰ ਬੰਦੇ ਨੂੰ ਸਤਾਉਂਦਾ ਨਹੀਂ, ਇਹ ਜਿਹੜੀ ਪਰਮਗਤ ਹੈ ਉਹ ਬੰਦੇ ਨੂੰ ਸਹਿਜੇ ਹੀ ਪ੍ਰਾਪਤ ਹੋ ਜਾਂਦੀ ਹੈ। ਤੇ ਗੁਰਮੁਖ ਪਿਆਰਿਓ, ਐਸੀ ਅਵਸਥਾ ਪ੍ਰਾਪਤ ਕਿੱਥੋਂ ਹੁੰਦੀ ਹੈ? ਐਸੀ ਅਵਸਥਾ ਨੂੰ ਪ੍ਰਾਪਤ ਕਿਵੇਂ ਕੀਤਾ ਜਾ ਸਕਦਾ ਏ? ਬਾਕੀ ਸਾਰੇ ਸ਼ਬਦ ਦੇ ਅੰਦਰ ਭਗਤ ਸਾਹਿਬ ਜੀ ਨੇ ਦੱਸਿਆ ਏ। ਕਹਿੰਦੇ ਸਭ ਤੋਂ ਪਹਿਲੀ ਗੱਲ, ਜੇਕਰ ਤੂੰ ਪਰਮਗਤ ਪ੍ਰਾਪਤ ਕਰਨੀ ਚਾਹੁੰਦਾ ਏ, ਇਸ ਮੰਜ਼ਿਲ ਵੱਲ ਨੂੰ ਵਧਣਾ ਚਾਹੁੰਦਾ ਏ, ਤੇ ਇਸ ਮੰਜ਼ਿਲ ਦਾ ਸਭ ਤੋਂ ਪਹਿਲਾ ਪੜਾਅ ਸਾਧ ਸੰਗਤ, ਜਿਹਦੇ ਵਿੱਚ ਤੁਸੀਂ ਜੁੜ ਕੇ ਬੈਠੇ ਜੇ, ਜਿਹਦੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਜੁੜ ਕੇ ਬੈਠਣ ਦਾ ਸੁਭਾਗ ਸਾਨੂੰ ਸਾਰਿਆਂ ਨੂੰ ਪ੍ਰਾਪਤ ਕੀਤਾ ਏ। ਤੇ ਬਾਬਾ ਕਬੀਰ ਜੀ ਕਿਰਪਾ ਕਰਦੇ ਨੇ, ਕਹਿੰਦੇ ਜਦੋਂ ਫਿਰ ਤੂੰ ਪਰਮਗਤ ਪ੍ਰਾਪਤ ਕਰਨੀ ਹੈ, ਉਹ ਮਾਲਕ ਦੀ ਕਿਰਪਾ ਦਾ ਪਾਤਰ ਬਣਨਾ ਏ, ਤੇ ਗੁਰੂ ਫਿਰ ਕੀ ਕਰਦਾ ਏ, ਫਿਰ ਤੈਨੂੰ ਕਿਹੜੇ ਕਿਹੜੇ ਪੜਾਅ ਦੇ ਵਿੱਚੋਂ ਲੰਘਣਾ ਪੈਣਾ ਏ। ਸਭ ਤੋਂ ਪਹਿਲਾ ਪੜਾਅ ਭਗਤ ਸਾਹਿਬ ਜੀ ਨੇ ਜਿਹੜਾ ਦੱਸਿਆ ਏ, ਕਹਿੰਦੇ ਪਰਮਾਤਮਾ ਕੀ ਕਰਦਾ ਏ, ਸਹਾਈ ਹੋ ਕੇ ਸਭ ਤੋਂ ਪਹਿਲਾ ਪੜਾਅ ਆ ਸਾਧੂ ਸੰਗਤ ਦਿਓ ਰਲਾਏ। ਮਾਲਕ ਆਪਣੇ ਪਿਆਰਿਆਂ ਨੂੰ ਸੰਗਤ ਦੇ ਵਿੱਚ ਰਲਾ ਦਿੰਦਾ ਏ। ਜਦੋਂ ਸ਼ਬਦ ਸਾਧੂ ਆਉਂਦਾ ਏ, ਤੇ ਗੁਰਮੁਖ ਪਿਆਰਿਓ, ਬਾਣੀ ਅੰਦਰ ਸਾਧ ਸ਼ਬਦ ਦਾ ਅਰਥ ਗੁਰੂ ਦੇ ਅਰਥਾਂ ਦੇ ਵਿੱਚ ਵੀ ਆਇਆ ਏ, ਰੱਬ ਦੇ ਪਿਆਰਿਆਂ ਦੇ ਅਰਥਾਂ ਦੇ ਵਿੱਚ ਵੀ ਆਇਆ ਏ। ਤੇ ਭਗਤ ਸਾਹਿਬਾਨ ਜੀ ਇਸ ਸ਼ਬਦ ਅੰਦਰ ਕਿਰਪਾ ਕਰਦੇ ਨੇ, ਸਾਧੂ ਸੰਗਤ ਦਿਓ ਰਲਾਏ। ਤੇ ਜਦੋਂ ਸਾਧੂ ਸੰਗਤ ਵਿੱਚ ਰਲਾ ਦਿੱਤਾ, ਪੰਚ ਦੂਤ ਤੇ ਲਿਓ ਛਡਾਏ। ਸਾਧ ਸ਼ਬਦ ਦੀ ਵਿਆਖਿਆ ਆਪ ਸੰਗਤਾਂ ਦੇ ਨਾਲ ਸਾਂਝੀ ਕਰਾਂ। ਜਦੋਂ ਸਾਧ ਸ਼ਬਦ ਦੀ ਗੱਲ ਆਉਂਦੀ ਹੈ ਤਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜਾ ਸੁੰਦਰ ਸਮਝਾਇਆ। ਕਹਿੰਦੇ ਸਾਧੂ ਆਖਿਆ ਕਿਹਨੂੰ ਜਾਂਦਾ ਏ, 9 ਦਰਵਾਜੇ ਸਾਧ ਸਾਧ ਸਦਾਇਆ, 9 ਦਰਵਾਜੇ ਸਾਧ ਸਾਧ ਸਦਾਇਆ, 20-21 ਉਲੰਘ ਨਿਜ ਘਰ ਆਇਆ। ਕਹਿੰਦੇ ਸਾਧ ਉਹਨੂੰ ਆਖਿਆ ਜਾਂਦਾ ਏ ਜਿਹੜਾ ਆਪਣੇ ਸਰੀਰ ਦੇ 9 ਦਰਵਾਜ਼ਿਆਂ ਨੂੰ ਲੰਘ ਕੇ, ਆਪਣੀ ਬਿਰਤੀ ਨੂੰ ਉੱਚਾ ਚੁੱਕ ਕੇ, ਇਹਨਾਂ 9 ਦਰਵਾਜ਼ਿਆਂ ਨੂੰ ਪਾਰ ਕਰਕੇ 10ਵੇਂ ਦੇ ਵਿੱਚ ਪ੍ਰਵੇਸ਼ ਹੋ ਜਾਂਦਾ ਏ। ਭਾਈ ਸਾਹਿਬ ਭਾਈ ਗੁਰਦਾਸ ਜੀ ਆਖਦੇ ਨੇ, ਕਹਿੰਦੇ ਉਹ ਸਾਧ ਹੈ ਜਿਹੜਾ ਆਪਣੀ ਸੁਰਤੀ ਨੂੰ 20-21 ਉਲੰਘ ਨਿਜ ਘਰ ਆਇਆ, ਜਿਹੜਾ ਆਪਣੀ ਸੰਸਾਰ ਦੀਆਂ ਵਾਸ਼ਨਾਵਾਂ ਤੋਂ ਆਪਣੀ ਸੁਰਤ ਨੂੰ 20 ਵਿਸਵੇ ਉੱਚੀ ਚੁੱਕ ਕੇ ਇੱਕ ਪਰਮਾਤਮਾ ਦੇ ਵਿੱਚ ਆਪਣੇ ਆਪ ਨੂੰ ਅਭੇਦ ਕਰ ਲੈਂਦਾ ਏ, ਆਪਣੇ ਨਿਜ ਸਰੂਪ ਦੇ ਵਿੱਚ ਟਿਕ ਜਾਂਦਾ ਏ। ਭਾਈ ਗੁਰਦਾਸ ਜੀ ਆਖਦੇ ਨੇ, ਕਹਿੰਦੇ ਉਹ ਸਾਧ ਹੈ। ਪਹਿਰਾਵੇ ਦਾ ਨਾਂ ਸਾਧ ਨਹੀਂ, ਲਿਬਾਸ ਦਾ ਨਾਮ ਸਾਧ ਨਹੀਂ, ਮਾਥੇ ਤਿਲਕ ਹੱਥ ਮਾਲਾ ਬਾਨਾ, ਲੋਗਣ ਰਾਮ ਖਿਲਾਉਣਾ ਜਾਨਾ, ਇਸ ਅਵਸਥਾ ਦਾ ਨਾਮ ਸਾਧ ਨਹੀਂ। ਭਾਈ ਸਾਹਿਬ ਭਾਈ ਗੁਰਦਾਸ ਜੀ ਆਖਦੇ ਨੇ, ਕਹਿੰਦੇ ਜਿਨੇ ਆਪਣੀ ਸੁਰਤੀ ਨੂੰ ਸੰਸਾਰ ਤੋਂ 20 ਵਿਸਵੇ ਤਾਂ ਚੁੱਕ ਲਿਆ ਤੇ ਇੱਕ ਨਿਜ ਸਰੂਪ ਪਰਮਾਤਮਾ ਦੇ ਵਿੱਚ ਆਪਣੀ ਸੁਰਤੀ ਨੂੰ ਟਿਕਾ ਦਿੱਤਾ, ਉਹ ਸਾਧ ਹੈ। ਐਸੇ ਸਾਧ ਜਨ ਦੀ ਸੰਗਤ ਦੇ ਵਿੱਚ ਪੈ ਕੇ, ਐਸੇ ਸਾਧ ਦੀ ਸੰਗਤ ਕਰਕੇ, ਐਸੇ ਸਾਧੂ ਗੁਰੂ ਦੇ ਨਾਲ ਮਿਲ ਕੇ, ਤੇ ਭਗਤ ਸਾਹਿਬ ਜੀ ਕਿਰਪਾ ਕਰਦੇ ਨੇ, ਕਹਿੰਦੇ ਪੰਚ ਦੂਤ ਤੇ ਲਿਓ ਛਡਾਏ। ਜਿਹੜੇ 5 ਵਿਕਾਰ ਜਿਨ੍ਹਾਂ ਤੋਂ ਕਦੇ ਮੈਨੂੰ ਡਰ ਲੱਗਦਾ ਸੀ ਕਿ ਮੈਨੂੰ ਇਸ ਸੰਸਾਰ ਸਾਗਰ ਦੇ ਵਿੱਚ ਢਾ ਲੈਣਗੇ, ਇਹ ਮੇਰੇ ਉੱਤੇ ਫਤਿਹ ਪ੍ਰਾਪਤ ਕਰ ਲੈਣਗੇ,
ਤੇ ਕਹਿੰਦੇ ਜਦੋਂ ਗੁਰੂ ਨੇ ਮੇਰੇ ਉੱਤੇ ਕਿਰਪਾ ਕਰ ਦਿੱਤੀ, ਬਾਣੀ ਦਾ ਬਚਨ ਅਸੀਂ ਸਾਰੇ ਪੜ੍ਹਦੇ ਹਾਂ, ਵਾਤ ਵਜਨ ਟਮਕ ਭੇਰੀਆਂ, ਮਲ ਮੱਥੇ ਲੈਂਦੇ ਫੇਰੀਆਂ, ਨਿਹਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜੀਓ। ਜਦੋਂ ਗੁਰੂ ਆਪਣੀ ਕਿਰਪਾ ਦਾ ਹੱਥ ਸਿਰ ਤੇ ਰੱਖ ਦਿੰਦਾ ਏ, ਜਦੋਂ ਗੁਰੂ ਜਿਹੜਾ ਏ ਉਹ ਕਿਰਪਾ ਕਰ ਦਿੰਦਾ ਏ, ਤੇ ਗੁਰਮੁਖ ਪਿਆਰਿਓ ਜਿਹੜੇ ਪੰਜ ਵਕਾਰ ਬੰਦੇ ਨੂੰ ਆਪਣੇ ਤੇ ਭਾਰੀ ਲੱਗਦੇ ਨੇ, ਫਿਰ ਉਹ ਸਾਰੇ ਆਪਣੇ ਤੋਂ ਛੋਟੇ ਲੱਗ ਪੈਂਦੇ ਨੇ, ਤੇ ਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਕਹਿੰਦੇ ਸਿੱਖ ਉਹਨਾਂ ਉੱਤੇ ਜਿੱਤ ਪ੍ਰਾਪਤ ਕਰ ਲੈਂਦਾ ਏ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੇ ਸਵਈਏ ਅੰਦਰ ਬੜੇ ਸੁੰਦਰ ਦ੍ਰਿਸ਼ਟਾਂਤ ਦਿੱਤੇ ਨੇ। ਭਾਈ ਗੁਰਦਾਸ ਜੀ ਨੇ ਉਦਾਹਰਨਾਂ ਦੇ ਕੇ ਸਮਝਾਇਆ, ਕਹਿੰਦੇ ਵੇਖ ਸੰਗਤ ਵਿੱਚ ਜਾਣ ਦਾ ਲਾਭ ਕੀ ਹੈ, ਗੁਰੂ ਕਿਰਪਾ ਕਿਵੇਂ ਕਰਦਾ ਏ, ਗੁਰੂ ਪੰਜਾਂ ਵਕਾਰਾਂ ਤੋਂ ਖਲਾਸੀ ਕਿਵੇਂ ਕਰਾ ਦਿੰਦਾ ਏ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਸਮਝਾਇਆ, ਆਖਦੇ ਨੇ, ਕਹਿੰਦੇ ਜਿਵੇਂ ਇੱਕ ਕਾਗਜ਼, ਉਹਨੂੰ ਪਾਣੀ ਦੇ ਵਿੱਚ ਡੋਬ ਦਿੱਤਾ ਜਾਵੇ ਤੇ ਕਾਗਜ਼ ਪਾਣੀ ਵਿੱਚ ਡੁੱਬ ਕੇ ਗਲ ਜਾਂਦਾ ਏ, ਪਰ ਜੇ ਉਸੇ ਕਾਗਜ਼ ਦੇ ਉੱਤੇ ਘਿਓ ਦਾ ਲੇਪ ਕਰ ਦਿੱਤਾ ਜਾਵੇ, ਉਹਨੂੰ ਘਿਓ ਦੇ ਵਿੱਚ ਡੁਬੋ ਕੇ ਉਹਦੇ ਉੱਤੇ ਪ੍ਰੋਪਰ ਤਰੀਕੇ ਦੇ ਨਾਲ ਘਿਓ ਦਾ ਲੇਪ ਕਰ ਦਿੱਤਾ ਜਾਵੇ, ਤੇ ਕਹਿੰਦੇ ਪਾਣੀ ਉਸ ਕਾਗਜ਼ ਦਾ ਕੁਝ ਵੀ ਵਿਗਾੜ ਨਹੀਂ ਸਕਦਾ। ਜੈਸੇ ਕਿਰਤਾਸ ਗਰ ਜਾਤ ਜਲ ਬੂੰਦ ਭਰੈ, ਘ੍ਰਿਤ ਸਣ ਬੰਦ ਜਲ ਵੱਧ ਸਾਵਧਾਨ ਹੈ। ਕਹਿੰਦੇ ਜਿਸ ਤਰ੍ਹਾਂ ਪਾਣੀ ਥੋੜਾ ਜਿਹਾ ਪੈ ਜਾਵੇ ਕਾਗਜ਼ ਉੱਤੇ ਤੇ ਕਾਗਜ਼ ਗਲ ਜਾਂਦਾ ਏ, ਕਿਸੇ ਕੰਮ ਨਹੀਂ ਆਉਂਦਾ। ਜਦੋਂ ਉਹਦੇ ਉੱਤੇ ਘਿਓ ਦਾ ਲੇਪ ਕਰ ਦਿੱਤਾ ਜਾਂਦਾ ਏ, ਪਰਤ ਘਿਓ ਦੀ ਚਾੜ ਦਿੱਤੀ ਜਾਂਦੀ ਹੈ, ਤੇ ਪਾਣੀ ਦੀਆਂ ਬੂੰਦਾਂ ਉਹਦਾ ਕੁਝ ਵਿਗਾੜਦੀਆਂ ਨਹੀਂ। ਦੂਸਰੀ ਉਦਾਹਰਣ ਦਿੰਦੇ ਨੇ, ਕਹਿੰਦੇ ਜਿਵੇਂ ਜੈਸੇ ਕੋਟ, ਜਿਸ ਤਰ੍ਹਾਂ ਕੋਟ ਜਿਹੜੀਆਂ ਨੇ ਹਜ਼ਾਰਾਂ ਪੰਡਾਂ ਜਿਹੜੀਆਂ ਰੂੰ ਦੀਆਂ ਬੰਨ੍ਹ ਕੇ ਉਹਨਾਂ ਲਾਗੇ ਇੱਕ ਛੋਟੀ ਜੀ ਚੰਗਿਆੜੀ ਅੱਗ ਦੀ ਬਾਲ ਦਿੱਤੀ ਜਾਵੇ, ਤੇ ਛੋਟੀ ਜੀ ਚੰਗਿਆੜੀ ਜਿਹੜੀ ਆ ਬੜੀਆਂ ਪੰਡਾਂ ਰੂੰ ਦੀਆਂ ਵੱਜੀਆਂ ਹੋਣ ਤੇ ਉਹਨਾਂ ਨੂੰ ਸਾੜ ਕੇ ਸਵਾਹ ਕਰ ਦਿੰਦੀ ਹੈ। ਤੇ ਜੇ ਉਸੇ ਰੂੰ ਦੀ ਇੱਕ ਵੱਟੀ ਬਣਾ ਕੇ ਉਹਨੂੰ ਸੰਗ ਤੇਲ ਦੇ ਨਾਲ ਕਰਾ ਕੇ ਸਾਰੀ ਰਾਤ ਅਸੀਂ ਦੀਪਕ ਜਗਾ ਛੱਡੀਏ ਤੇ ਉਹ ਵੱਟੀ ਸੜਦੀ ਨਹੀਂ, ਸਗੋਂ ਪ੍ਰਕਾਸ਼ ਦਿੰਦੀ ਹੈ, ਕਿਉਂਕਿ ਉਹਦਾ ਸੰਗ ਕਿਹਦੇ ਨਾਲ ਹੋ ਗਿਆ, ਤੇਲ ਦੇ ਨਾਲ ਉਹਦਾ ਸੰਗ ਹੋ ਗਿਆ ਏ। ਤੀਸਰੀ ਉਦਾਹਰਣ ਦਿੰਦੇ ਨੇ, ਸਮਝਾਉਂਦੇ ਨੇ, ਆਖਦੇ ਕਹਿੰਦੇ ਲੋਹੇ ਦੀ ਇੱਕ ਛੋਟੀ ਜੀ ਸੂਈ, ਜੇ ਉਹਨੂੰ ਪਾਣੀ ਦੇ ਵਿੱਚ ਡੋਬ ਦਿੱਤਾ ਜਾਵੇ ਤੇ ਉਹ ਪਾਣੀ ਦੇ ਵਿੱਚ ਤਰਦੀ ਨਹੀਂ, ਡੁੱਬ ਜਾਂਦੀ ਹੈ, ਭਾਵੇਂ ਉਹਦਾ ਵਜ਼ਨ ਕੁਛ ਨਹੀਂ ਪਰ ਹੈ ਲੋਹੇ ਦੀ। ਕਹਿੰਦੇ ਪਰ ਜੇਕਰ ਲੋਹੇ ਦਾ ਸੰਗ ਲੱਕੜ ਦੇ ਨਾਲ ਹੋ ਜਾਵੇ ਤੇ ਜਿੰਨਾ ਮਰਜ਼ੀ ਭਾਰੀ ਲੋਹਾ ਹੋਵੇ, ਉਹ ਸੰਸਾਰ ਸਾਗਰ ਦੇ ਵਿੱਚ, ਉਹ ਸਾਗਰ ਦੇ ਵਿੱਚ, ਉਹ ਸਮੁੰਦਰ ਦੇ ਵਿੱਚ ਤਰ ਜਾਂਦਾ ਏ, ਕਦੇ ਡੁੱਬਦਾ ਨਹੀਂ। ਇਸੇ ਤਰ੍ਹਾਂ ਗੁਰੂ ਦੀ ਕਿਰਪਾ ਏ। ਤੈਸੇ ਜਮਕਾਲ ਬਿਆਲ, ਕਹਿੰਦੇ ਇਸੇ ਤਰ੍ਹਾਂ ਜਮਾਂ ਦਾ ਫਾਹੀ ਜਿਹੜੀ ਹੈ, ਇਸੇ ਤਰ੍ਹਾਂ ਜਮਾਂ ਦਾ ਡਰ ਜਿਹੜਾ ਏ, ਤੈਸੇ ਜਮਕਾਲ ਬਿਆਲ ਸਗਲ ਸੰਸਾਰ ਗ੍ਰਸੈ, ਸਤਿਗੁਰ ਭੇਟਤ ਹੀ ਦਾਸਨ ਦਸਾਨ ਹੈ। ਕਹਿੰਦੇ ਇਸੇ ਤਰ੍ਹਾਂ ਜਦੋਂ ਗੁਰੂ ਨੂੰ ਬੰਦਾ ਸਿਮਰਦਾ ਏ, ਗੁਰੂ ਦਾ ਸਿਮਰਨ ਕਰਦਾ ਏ, ਗੁਰੂ ਦੀ ਕਿਰਪਾ ਦਾ ਪਾਤਰ ਬਣ ਜਾਂਦਾ ਏ, ਤੇ ਗੁਰੂ ਫਿਰ ਕਿਰਪਾ ਕਿਹੜੀ ਕਰਦਾ ਏ ਕਿ ਜਿਹੜੇ ਪੰਜੇ ਵਕਾਰ, ਜਿਹੜੇ ਪੰਜੇ ਦੂਤ ਮਨੁੱਖ ਨੂੰ ਆਪਣੇ ਤੋਂ ਭਾਰੀ ਨਜ਼ਰ ਆਉਂਦੇ ਨੇ, ਉਹੀ ਪੰਜੇ ਵਕਾਰ ਜਿਹੜੇ ਨੇ ਫਿਰ ਉਸ ਦੇ ਦਾਸ ਬਣ ਜਾਂਦੇ ਨੇ। ਗੁਰੂ ਜਿਹੜਾ ਹੈ ਉਹ ਉਹਨਾਂ ਪੰਜਾਂ ਵਕਾਰਾਂ ਨੂੰ ਉਸ ਮਨੁੱਖ ਦੇ ਦਾਸ ਬਣਾ ਦਿੰਦਾ ਏ। ਜਿਸ ਤਰ੍ਹਾਂ ਅਸੀਂ ਬਾਣੀ ਅੰਦਰ ਬਚਨ ਪੜ੍ਹਦੇ ਹਾਂ, ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੈ। ਕਦੋਂ ਕਾਰ ਕਮਾਉਂਦੀ ਹੈ ਮਾਇਆ ਦਾਸੀ ਬਣ ਕੇ? ਜਦੋਂ ਭਗਤ ਆਪਣੇ ਨਿੱਜ ਨੂੰ ਉਸ ਪਰਮਾਤਮਾ ਦੇ ਨਾਲ ਜੋੜ ਲੈਂਦਾ ਏ, ਜਦੋਂ ਭਗਤ ਆਪਣੇ ਆਪ ਨੂੰ ਇਹ ਗੱਲ ਸਮਝ ਲੈਂਦਾ ਏ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਜਦੋਂ ਆਪਣੇ ਮੂਲ ਦੀ ਪਹਿਚਾਣ ਕਰ ਲੈਂਦਾ ਏ ਤੇ ਮਨ ਦੇ ਵਿੱਚ ਇਹ ਵਿਸ਼ਵਾਸ ਦ੍ਰਿੜ ਹੋ ਜਾਂਦਾ ਏ, ਅਬ ਮੋਕੋ ਭਏ ਰਾਜਾ ਰਾਮ ਸਹਾਈ, ਕਿ ਹੁਣ ਉਹ ਅਕਾਲ ਪੁਰਖ ਮੇਰੇ ਤੇ ਸਹਾਈ ਹੋ ਗਿਆ, ਉਹ ਮਾਲਕ ਨੇ ਮੇਰੇ ਉੱਤੇ ਰਹਿਮਤ ਕਰ ਦਿੱਤੀ ਹੈ, ਉਹ ਅਕਾਲ ਪੁਰਖ ਮੇਰਾ ਮਦਦਗਾਰ ਹੋ ਗਿਆ। ਹੁਣ ਮੈਨੂੰ ਕਿਸੇ ਚੀਜ਼ ਦੀ ਚਿੰਤਾ ਨਹੀਂ ਤੇ ਨਾ ਮੈਨੂੰ ਕਿਸੇ ਦੀ ਮੁਹਤਾਜੀ ਹੈ। ਜਦੋਂ ਇਹ ਵਿਸ਼ਵਾਸ ਮਨ ਦੇ ਵਿੱਚ ਦ੍ਰਿੜ ਹੋ ਜਾਂਦਾ ਏ ਤੇ ਗੁਰੂ ਦੀ ਕਿਰਪਾ ਜਿਹੜੀ ਆ ਪ੍ਰਾਪਤ ਹੋ ਕੇ ਬੰਦਾ ਪੰਜੇ ਵਕਾਰਾਂ ਉੱਤੋਂ ਮੁਕਤ ਹੋ ਜਾਂਦਾ ਏ। ਮਾਲਕ ਉਹਨੂੰ ਪੰਜਾਂ ਵਕਾਰਾਂ ਤੋਂ ਛੁਡਾ ਲੈਂਦਾ ਏ। ਤੇ ਅੱਗੇ ਬਾਬਾ ਕਬੀਰ ਜੀ ਕਿਰਪਾ ਕਰਦੇ ਨੇ, ਕਹਿੰਦੇ ਜਦੋਂ ਪੰਜ ਵਕਾਰਾਂ ਤੋਂ
ਗੁਰੂ ਕਿਰਪਾ ਕਰਕੇ ਛਡਾ ਲੈਂਦਾ ਏ। ਤੇ ਫਿਰ ਰਸਨਾ ਕੀ ਕਰਦੀ ਆ? ਰਸਨਾ ਜਪਦੀ ਕੀ ਹੈ? ਅੰਮ੍ਰਿਤ ਨਾਮ ਜਪੋ ਜਪ ਰਸਨਾ, ਅਮੋਲ ਦਾਸ ਕਰ ਲੀਨੋ ਆਪਣਾ। ਕਹਿੰਦੇ ਗੁਰੂ ਕਿਰਪਾ ਕਿੰਨੀ ਕਰਦਾ ਏ। ਜਦੋਂ ਰਸਨਾ ਦੇ ਨਾਲ ਉਸ ਅਕਾਲ ਪੁਰਖ ਦੀ ਉਸਤਤ ਕੀਤੀ ਜਾਂਦੀ ਹੈ, ਮਾਲਕ ਦੀ ਕਿਰਪਾ ਦੇ ਪਾਤਰ ਬਣਿਆ ਜਾਂਦਾ ਏ, ਤੇ ਫਿਰ ਗੁਰੂ ਆਪਣਾ ਉਹ ਦਾਸ ਬਣਾ ਲੈਂਦਾ ਏ ਜਿਹਦਾ ਦੁਨੀਆ ਉੱਤੇ ਕੋਈ ਪਾਰਾਵਾਰ ਨਹੀਂ, ਜਿਹਦਾ ਦੁਨੀਆ ਉੱਤੇ ਕੋਈ ਤੋੜ ਨਹੀਂ, ਜਿਹਦਾ ਦੁਨੀਆ ਉੱਤੇ ਕੋਈ ਮੁੱਲ ਨਹੀਂ। ਮਾਲਕ ਐਸਾ ਆਪਣਾ ਦਾਸ ਜਿਹੜਾ ਏ ਆਪਣੇ ਸਿੱਖ ਨੂੰ ਬਣਾ ਲੈਂਦਾ ਏ। ਤੇ ਜਦੋਂ ਸਿੱਖ ਜਿਹੜਾ ਆਪਣੇ ਗੁਰੂ ਦਾ ਦਾਸ ਬਣ ਜਾਂਦਾ ਏ, ਗੁਰੂ ਆਪਣੀ ਦੀ ਕਿਰਪਾ ਦਾ ਪਾਤਰ ਬਣ ਜਾਂਦਾ ਏ, ਤੇ ਫਿਰ ਗੁਰੂ ਆਪਣੇ ਸਿੱਖ ਤੇ ਪਰਉਪਕਾਰਾਂ ਦੀ ਝੜੀ ਲਾ ਦਿੰਦਾ ਏ। ਸਤਿਗੁਰ ਕੀਨੋ ਪਰਉਪਕਾਰ, ਕਾਢ ਲੀਨ ਸਾਗਰ ਸੰਸਾਰ। ਇਸ ਸੰਸਾਰ ਸਾਗਰ ਦੇ ਵਿੱਚੋਂ ਗੁਰੂ ਆਪਣੀ ਕਿਰਪਾ ਦਾ ਹੱਥ ਦੇ ਕੇ ਆਪਣੇ ਸਿੱਖ ਉੱਤੇ ਪਰਉਪਕਾਰ ਕਰਦਾ ਏ। ਗੁਰਮੁਖ ਪਿਆਰਿਓ, ਜਿੱਥੇ ਗੁਰੂ ਦਾਤਾਂ ਦਿੰਦਾ ਏ, ਜਿੱਥੇ ਗੁਰੂ ਆਪਣੇ ਸਿੱਖ ਨੂੰ ਬਰਕਤਾਂ ਵੰਡਦਾ ਏ, ਤੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਿਰਪਾ ਕਰਦੇ ਨੇ। ਕਹਿੰਦੇ ਗੁਰੂ ਤੋਂ ਵੱਡਾ ਕੋਈ ਪਰਉਪਕਾਰੀ ਵੀ ਨਹੀਂ, ਗੁਰੂ ਤੋਂ ਵੱਡਾ ਕੋਈ ਰਹਿਮਤਾਂ ਦਾ ਮਾਲਕ ਵੀ ਨਹੀਂ। ਜੇ ਗੁਰੂ ਆਪਣੇ ਸਿੱਖ ਦੀ ਪੰਜਾਂ ਵਕਾਰਾਂ ਤੋਂ ਕੱਟਣ ਦੀ ਫਾਹੀ ਦੀ ਸਮਰੱਥਾ ਰੱਖਦਾ ਏ, ਗੁਰੂ ਇੰਨਾ ਪਰਉਪਕਾਰੀ ਹੈ ਕਿ ਆਪਣੇ ਸਿੱਖ ਦੇ ਸਾਰੇ ਬੰਧਨ ਕੱਟ ਦਿੰਦਾ ਏ। ਤੇ ਗੁਰਮੁਖ ਪਿਆਰਿਓ, ਸਿੱਖ ਇੰਨਾ ਗੁਰੂ ਜਿਹੜਾ ਇੰਨਾ ਡਾਢਾ ਏ, ਗੁਰੂ ਇੰਨਾ ਦਿਆਲੂ ਹੈ, ਗੁਰੂ ਆਪਣੇ ਸਿੱਖ ਤੇ ਇੰਨਾ ਪਰਉਪਕਾਰ ਕਰਦਾ ਏ। ਜਿਸ ਗੁਰੂ ਦੇ ਪਾਵਨ ਚਰਨਾਂ ਦੇ ਵਿੱਚ ਅੱਜ ਅਸੀਂ ਜੁੜ ਬੈਠੇ ਹਾਂ, ਜਦੋਂ ਆ ਕੇ ਗੁਰੂ ਦੇ ਚਰਨਾਂ ਦੇ ਵਿੱਚ ਨਮਸਕਾਰ ਕੀਤੀ ਹੈ ਤੇ ਆ ਕੇ ਅਰਦਾਸ ਬੇਨਤੀ ਆਪਣੀ ਵਿਥਿਆ ਦੱਸੀ, ਤੇ ਗੁਰੂ ਨੇ ਆਪਣੇ ਸਿੱਖਾਂ ਉੱਤੇ ਐਸਾ ਪਰਉਪਕਾਰ ਕੀਤਾ ਤੇ ਉਸ ਪਰਉਪਕਾਰ ਦੀ ਖਾਤਰ ਆਪਣਾ ਆਪ ਕੁਰਬਾਨ ਕਰ ਦਿੱਤਾ। ਪਰ ਆਪਣੇ ਸਿੱਖਾਂ ਉੱਤੇ ਜਿਹੜੇ ਫਰਿਆਦੀ ਫਰਿਆਦ ਲੈ ਕੇ ਆਏ, ਗੁਰੂ ਨੇ ਆਪਣੇ ਸਿੱਖਾਂ ਉੱਤੇ ਉਹ ਵੀ ਪਰਉਪਕਾਰ ਕੀਤਾ ਏ। ਗੁਰੂ ਕੱਲਾ ਇਹੀ ਪਰਉਪਕਾਰ ਨਹੀਂ ਕਰਦਾ ਕਿ ਆਪਣੇ ਸਿੱਖ ਨੂੰ ਪੰਜਾਂ ਵਕਾਰਾਂ ਦੀ ਫਾਹੀ ਤੋਂ ਬਚਾ ਲਵੇ, ਆਪਣੇ ਸਿੱਖ ਨੂੰ ਵਕਾਰਾਂ ਵਾਲੇ ਪਾਸੇ ਤੋਂ ਪਾਸੇ ਲੈ ਜਾਵੇ। ਗੁਰੂ ਇੱਥੋਂ ਤੱਕ ਪਰਉਪਕਾਰ ਕਰਦਾ ਏ ਕਿ ਜੇ ਸਿੱਖ ਉਹਦੇ ਚਰਨਾਂ ਦੇ ਵਿੱਚ ਅਰਦਾਸ ਕਰੇ, ਜੇ ਫਰਿਆਦੀ ਬਣ ਕੇ ਆ ਕੇ ਉਹਦੇ ਚਰਨਾਂ ਤੇ ਲਿੜਕੜੀਆਂ ਕੱਢੇ ਕਿ ਮੇਰਾ ਹੀ ਹੋਂਦ ਸੰਕਟ ਦੇ ਵਿੱਚ ਹੈ, ਤੇ ਗੁਰੂ ਇੰਨਾ ਪਰਉਪਕਾਰੀ ਹੈ ਕਿ ਆਪਾ ਵੀ ਕੁਰਬਾਨ ਕਰ ਦਿੰਦਾ ਏ। ਗੁਰਮੁਖ ਪਿਆਰਿਓ, ਇਤਿਹਾਸਕ ਘਟਨਾ ਆਪ ਜੀ ਨਾਲ ਸਾਂਝੀ ਕਰਾਂ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਬੜਾ ਪਿਆਰਾ ਸਿੱਖ ਹੋਇਆ ਏ। ਭਾਵੇਂ ਕਿ ਇਤਿਹਾਸ ਦੇ ਵਿੱਚ ਜ਼ਿਆਦਾ ਜ਼ਿਕਰ ਜਿਹੜਾ ਏ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਇਤਿਹਾਸ ਦੇ ਵਿੱਚ ਸਿੱਖ ਦਾ ਜੀਵਨ ਦਾ ਜ਼ਿਕਰ ਆਇਆ ਏ, ਧੰਨ ਬਾਬਾ ਬਿਧੀ ਚੰਦ ਜੀ। ਪਰ ਜਿਹੜੀ ਗੁਰੂ ਚਰਨਾਂ ਦੀ ਚੇਟਕ ਲੱਗੀ, ਜਿਹੜੀ ਗੁਰੂ ਚਰਨਾਂ ਦੇ ਵਿੱਚੋਂ ਕਿਰਪਾ ਦੇ ਪਾਤਰ ਬਣੇ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦਰਬਾਰ ਦੇ ਵਿੱਚੋਂ, ਪਹਿਲਾ ਜੀਵਨ ਜਿਹੜਾ ਬਾਬਾ ਬਿਧੀ ਚੰਦ ਜੀ ਦਾ ਉਹ ਗੁਰਮਤਿ ਦੇ ਆਸ਼ੇ ਅਨੁਸਾਰ ਨਹੀਂ ਸੀ। ਜਿਹੜਾ ਮੇਲ ਗੁਰੂ ਦੇ ਨਾਲ ਹੁੰਦਾ ਏ ਕਿ ਸਤਿਗੁਰ ਕੀਨੋ ਪਰਉਪਕਾਰ, ਕਾਢ ਲੀਨ ਸਾਗਰ ਸੰਸਾਰ। ਗੁਰੂ ਪਰਉਪਕਾਰ ਕਰਕੇ ਆਪਣੇ ਸਿੱਖ ਨੂੰ ਸੰਸਾਰ ਸਾਗਰ ਤੋਂ ਤਾਰਦਾ ਕਿਵੇਂ ਹੈ। ਬਾਬਾ ਬਿਧੀ ਚੰਦ ਜੀ ਪਹਿਲਾ ਜੀਵਨ ਉਹਨਾਂ ਦਾ ਗੁਰਮਤਿ ਦੇ ਆਸ਼ੇ ਅਨੁਸਾਰ ਨਹੀਂ। ਕਾਰਜ ਕੀ ਕਰਦੇ ਨੇ ਕਿ ਚੋਰੀ ਕਰਦੇ ਨੇ। ਚੋਰੀ ਕਿਸੇ ਗਰੀਬ ਦੇ ਘਰ ਦੇ ਵਿੱਚੋਂ ਨਹੀਂ, ਸ਼ਾਹੂਕਾਰਾਂ ਦੇ ਵਿੱਚੋਂ ਘਰ ਦੇ ਵਿੱਚੋਂ ਚੋਰੀ ਕਰਨੀ, ਜ਼ਿਮੀਂਦਾਰਾਂ ਦੇ ਘਰਾਂ ਦੇ ਵਿੱਚੋਂ ਚੋਰੀ ਕਰਕੇ, ਜਿਨ੍ਹਾਂ ਨੇ ਗਰੀਬਾਂ ਨੂੰ ਲੁੱਟ ਲੁੱਟ ਕੇ ਆਪਣਾ ਘਰ ਭਰਿਆ ਸੀ, ਉਹਨਾਂ ਦੇ ਘਰਾਂ ਚੋਂ ਚੀਜ਼ਾਂ ਨੂੰ ਕੱਢ ਕੇ ਦੁਬਾਰਾ ਗਰੀਬਾਂ ਦੇ ਵਿੱਚ ਵੰਡਣਾ। ਪਰ ਚੋਰੀ ਤਾਂ ਗੁਰਮੁਖ ਪਿਆਰਿਓ ਚੋਰੀ ਹੈ, ਵਕਾਰ ਤੇ ਵਕਾਰ ਹੈ। ਭਾਵੇਂ ਕਿ ਉਹ ਲੋਭ ਵਸ ਨਹੀਂ ਕੀਤਾ ਜਾ ਰਿਹਾ, ਪਰਉਪਕਾਰ ਵਾਸਤੇ ਕੀਤਾ ਜਾ ਰਿਹਾ ਹੈ, ਪਰ ਗੁਰਮਤਿ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦੀ। ਬਾਬਾ ਬਿਧੀ ਚੰਦ ਜੀ ਕਿਸੇ ਜ਼ਿਮੀਂਦਾਰ ਦੀਆਂ ਮੱਝਾਂ ਨੂੰ ਚੋਰੀ ਕਰਕੇ ਲੈ ਕੇ ਆਏ। ਜਦੋਂ ਮਨ ਦੇ ਵਿੱਚ ਖਿਆਲ ਆਇਆ ਕਿ ਮੱਝਾਂ ਦੇ ਪੈਰ ਲੱਗਣ ਦੇ ਨਾਲ, ਪਸ਼ੂਆਂ ਦੇ ਪੈਰ ਲੱਗਣ ਦੇ ਨਾਲ ਜ਼ਿਮੀਂਦਾਰ ਇਹਦੀ ਪੈੜ ਨੱਪਦੇ ਹੋਏ, ਖੁਰਾਂ ਵੇਖਦੇ ਹੋਏ, ਇਹਦੇ ਨਿਸ਼ਾਨ ਦੇਖਦੇ ਮੈਨੂੰ ਪਕੜ ਸਕਦੇ ਨੇ, ਮੇਰਾ ਪਿੱਛਾ ਕਰਦੇ ਹੋਣਗੇ। ਤੇ ਮਨ ਦੇ ਵਿੱਚ ਖਿਆਲ ਹੋਇਆ ਕਿ ਮੈਂ ਪਕੜਿਆ ਜਾਵਾਂਗਾ। ਹੋ ਨਾ ਸਕੇ ਕਿ ਰਸਤੇ ਦੇ ਵਿੱਚ ਇੱਕ ਡੇਰਾ ਆਇਆ, ਜਿਹੜਾ ਡੇਰਾ ਸੀ ਪਿੰਡ ਭੈਣੀ ਦੇ ਨੇੜੇ ਬਾਬਾ ਅਦਲੀ ਜੀ ਦਾ, ਜਿਹੜਾ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਬੜਾ ਪਿਆਰਾ ਸਿੱਖ ਹੋਇਆ ਏ, ਬੜਾ ਬੰਦਗੀ ਵਾਲਾ।
ਬਾਬਾ ਅਦਲੀ ਜੀ ਦੇ ਡੇਰੇ ਲਾਗੇ ਜਦੋਂ ਬਾਬਾ ਬਿਧੀ ਚੰਦ ਜੀ ਆਏ, ਵੇਖਿਆ ਕਿ ਲਾਗੇ ਇੱਕ ਪਾਣੀ ਦਾ ਟੋਭਾ ਏ ਤੇ ਮੱਝਾਂ ਨੂੰ ਬਾਬਾ ਬਿਧੀ ਚੰਦ ਜੀ ਨੇ ਉਸ ਟੋਭੇ ਦੇ ਵਿੱਚ ਵਾੜ ਦਿੱਤਾ। ਆਪ ਰਾਤ ਦੇ ਘੁਸਮੁਸੇ ਦੇ ਵਿੱਚ, ਰਾਤ ਹਨੇਰੀ ਦੇ ਵਿੱਚ ਬਾਬਾ ਅਦਲੀ ਜੀ ਦੀ ਕੁਟੀਆ ਦੇ ਵਿੱਚ ਚਲੇ ਗਏ ਨੇ। ਕੁਟੀਆ ਦੇ ਵਿੱਚ ਇੱਕ ਛੋਟਾ ਦੀਪਕ ਜਗਦਾ ਏ, ਉਹਦਾ ਪ੍ਰਕਾਸ਼ ਦੇ ਨਾਲ ਬਾਬਾ ਅਦਲੀ ਜੀ ਨੂੰ ਬਾਬੇ ਬਿਧੀ ਚੰਦ ਦਾ ਚਿਹਰਾ ਦਿਖਦਾ ਏ ਤੇ ਬਾਬਾ ਬਿਧੀ ਚੰਦ ਜੀ ਨੂੰ ਬਾਬਾ ਅਦਲੀ ਜੀ ਦਾ ਮੁਖ ਦਿਖਦਾ ਏ। ਜਦੋਂ ਬਾਬਾ ਅਦਲੀ ਜੀ ਨੇ ਵੇਖਿਆ ਕਿ ਕੋਈ ਇਨਸਾਨ ਕੁਟੀਆ ਦੇ ਅੰਦਰ ਦਾਖਲ ਹੋਇਆ ਏ, ਬਾਬਾ ਅਦਲੀ ਜੀ ਨੇ ਪੁੱਛਿਆ, ਕਹਿੰਦੇ ਭਾਈ ਕੌਣ ਹੈ? ਤੇ ਗੁਰਮੁਖ ਪਿਆਰਿਓ, ਐਸਾ ਝਲਕਾਰਾ ਬਾਬਾ ਅਦਲੀ ਜੀ ਦੇ ਮੁਖ ਦਾ ਬਾਬਾ ਬਿਧੀ ਚੰਦ ਜੀ ਨੇ ਤੱਕਿਆ ਆਪਣੀਆਂ ਨੇਤਰਾਂ ਦੇ ਨਾਲ ਤੇ ਝੂਠ ਨਹੀਂ ਬੋਲ ਸਕਿਆ। ਸਿੱਧਾ ਆਖਦਾ, ਕਹਿੰਦਾ ਬਾਬਾ ਜੀ ਚੋਰ ਆ, ਜ਼ਿਮੀਂਦਾਰ ਦੀਆਂ ਮੱਝਾਂ ਚੋਰੀ ਕਰਕੇ ਲੈ ਕੇ ਆਇਆ ਏ, ਪਕੜੇ ਜਾਣ ਦਾ ਡਰਿਆ, ਜ਼ਿਮੀਂਦਾਰ ਖੁਰਾਂ ਦਬਦਾ ਮੇਰੇ ਮਗਰ ਆਉਂਦਾ ਏ, ਜੇ ਮੈਂ ਪਕੜਿਆ ਗਿਆ ਹਾਲਤ ਬੜੀ ਬੁਰੀ ਕਰਨਗੇ, ਕਿਰਪਾ ਕਰੋ ਇੱਕ ਵਾਰੀ ਬਚਾ ਲਓ, ਗਾਂ ਤੋਂ ਮੈਂ ਚੋਰੀ ਨਹੀਂ ਕਰਦਾ, ਪ੍ਰਣ ਕਰਦਾ ਏ ਕਦੇ ਕਿਸੇ ਦੀ ਚੋਰੀ ਨਹੀਂ ਕਰਾਂਗਾ, ਕਦੇ ਕਿਸੇ ਦੇ ਨਾਲ ਧੱਕਾ ਨਹੀਂ ਕਰਾਂਗਾ, ਭਾਵੇਂ ਕਿ ਮੈਂ ਚੋਰੀ ਗਰੀਬਾਂ ਦੇ ਵਿੱਚ ਵੰਡਣ ਵਾਸਤੇ ਕਰਦਾ ਏ, ਪਰ ਹੈ ਕਾਰਜ ਗਲਤ, ਇੱਕ ਵਾਰੀ ਬਚਾ ਲਓ। ਬਾਬਾ ਅਦਲੀ ਜੀ ਨੇ ਆਖਿਆ, ਕਹਿੰਦੇ ਬੈਠ ਜਾ, ਆ ਮਾਲਾ ਪਕੜ ਤੇ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ, ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਜਾਪ ਆਰੰਭ ਕਰ ਦੇ। ਇਹਨਾਂ ਚਿਰ ਨੂੰ ਜ਼ਿਮੀਂਦਾਰ ਉਸ ਕੁਟੀਆ ਦੇ ਵਿੱਚ ਆ ਗਏ। ਆ ਕੇ ਬਾਬਾ ਅਦਲੀ ਜੀ ਨੂੰ ਪੁੱਛਦੇ ਨੇ, ਕਹਿੰਦੇ ਬਾਬਾ ਜੀ ਇੱਥੋਂ ਦੀ ਕੋਈ ਚੋਰ ਲੰਘਦਾ ਨਹੀਂ ਵੇਖਿਆ, ਪਰ ਜਿਹੜੇ ਪਰਮਾਤਮਾ ਦੇ ਪਿਆਰੇ ਹੁੰਦੇ ਨੇ ਕਦੇ ਝੂਠ ਨਹੀਂ ਬੋਲਦੇ। ਕਹਿੰਦੇ ਜੀ ਵੇਖਿਆ ਤੇ ਨਹੀਂ ਕੋਈ ਲੰਘਦਾ, ਪਰ ਆ ਇੱਕ ਮੇਰੇ ਕੋਲ ਬੈਠਾ ਜੇ, ਪਛਾਣ ਲਓ ਜੇ ਤੁਹਾਡਾ ਚੋਰ ਆ ਤੇ ਇਹਨੂੰ ਪਕੜ ਕੇ ਲੈ ਜਾਓ, ਆ ਮੇਰੇ ਕੋਲ ਬੈਠਾ ਏ। ਜਦੋਂ ਇੰਨੀ ਗੱਲ ਬਾਬਾ ਅਦਲੀ ਜੀ ਦੇ ਮੁਖ ਤੋਂ ਸੁਣੀ, ਬਾਬਾ ਬਿਧੀ ਚੰਦ ਜੀ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਨਾਮ ਦਾ ਜਾਪ ਹੋਰ ਤੇਜ਼ ਕਰ ਦਿੱਤਾ। ਪਤਾ ਹੈ ਕਿ ਮੈਂ ਪਕੜਿਆ ਜਾਣਾ ਏ, ਪਰ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਨਾਮ ਜਦੋਂ ਲੈਂਦਾ ਏ ਬਾਬਾ ਬਿਧੀ ਚੰਦ, ਤੇ ਗੁਰਮੁਖ ਪਿਆਰਿਓ ਜ਼ਿਮੀਂਦਾਰਾਂ ਨੇ ਵੇਖਿਆ ਕਿ ਦਰਸ਼ਨੀ ਸਿੰਘ ਹੈ, ਚੌਂਕੜਾ ਲੱਗਾ ਹੋਇਆ ਏ, ਹੱਥ ਦੇ ਵਿੱਚ ਮਾਲਾ, ਇਹ ਕਦੇ ਚੋਰ ਹੋ ਹੀ ਨਹੀਂ ਸਕਦਾ। ਚਲੇ ਗਏ, ਕਹਿੰਦੇ ਬਾਬਾ ਜੀ ਇਹ ਸਾਡਾ ਚੋਰ ਨਹੀਂ। ਬਾਬਾ ਅਦਲੀ ਜੀ ਨੂੰ ਧੰਨ ਬਾਬਾ ਬਿਧੀ ਚੰਦ ਜੀ ਆਖਦੇ ਨੇ, ਕਹਿੰਦੇ ਬਾਬਾ ਜੀ ਕਿਰਪਾ ਕਰੋ ਕਿ ਚੋਰੀ ਹਮੇਸ਼ਾ ਵਾਸਤੇ ਛੁੱਟ ਜਾਵੇ। ਬਾਬਾ ਅਦਲੀ ਜੀ ਨੇ ਆਖਿਆ, ਕਹਿੰਦੇ ਮੈਂ ਪਿੰਡ ਭੈਣੀ ਦੇ ਵਿੱਚ ਬੈਠਾ ਏ, ਤਰਨਤਾਰਨ ਜ਼ਿਲ੍ਹਾ ਪਿੰਡ ਚੋਲਾ ਸਾਹਿਬ ਵਿਖੇ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਬਿਰਾਜਮਾਨ ਨੇ, ਜਿਹੜੇ ਸਾਰੀਆਂ ਬਰਕਤਾਂ ਵੰਡਦੇ ਨੇ। ਜੇ ਤੂੰ ਬਰਕਤਾਂ ਲੈਣੀਆਂ ਚਾਹੁੰਦਾ ਏ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਚਲਾ ਜਾ। ਬਾਬਾ ਬਿਧੀ ਚੰਦ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਗਿਆ। ਜਿਹੜੀ ਗੱਲ ਅਸੀਂ ਪਹਿਲਾਂ ਕਰਕੇ ਗਏ ਆ ਕਿ ਸਾਧੂ ਸੰਗਤ ਦਿਓਰ ਲਾਏ, ਸੰਗਤ ਸਾਧੀ ਦੇ ਵਿੱਚ ਜਾ ਕੇ ਰਲਿਆ। ਬਾਬਾ ਬਿਧੀ ਚੰਦ ਜੀ ਨੇ ਜਾ ਕੇ ਬਾਬਾ ਅਦਲੀ ਦੀ ਸੰਗਤ ਕੀਤੀ, ਸਬੱਬ ਬਣਿਆ, ਗੁਰੂ ਦੇ ਕੋਲ ਜਾਣ ਦਾ ਮੌਕਾ ਮਿਲਿਆ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦਰਬਾਰ ਦੇ ਅੰਦਰ ਗਿਆ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਬਚਨ ਪੜ੍ਹ ਰਹੇ ਸਨ ਕਿ ਚੋਰ ਕੀ ਹਾਮਾ ਭਰੇ ਨਾ ਕੋਏ। ਜਦੋਂ ਇਹ ਬਚਨ ਸਰਵਣ ਕੀਤੇ, ਵਖਿਆਨ ਸਰਵਣ ਕੀਤਾ ਕਿ ਚੋਰ ਦੀ ਹਾਮੀ ਤੇ ਕੋਈ ਸੰਸਾਰ ਦਾ ਬੰਦਾ ਨਹੀਂ ਭਰਦਾ, ਜਦੋਂ ਪਰਮਾਤਮਾ ਦੇ ਦਰਬਾਰ ਦੇ ਵਿੱਚ ਲੇਖਾ ਦੇਣ ਦੀ ਵਾਰੀ ਆਈ ਤੇ ਸਜਣਾ ਤੇਰੇ ਨਾਲ ਕੌਣ ਨਿਭੇਗਾ, ਉੱਥੇ ਕੇਵਲ ਤਾਂ ਕੇਵਲ ਰੱਬ ਦਾ ਨਾਮ ਨਾਲ ਜਾਣਾ ਏ। ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਉਹਾ ਨਾਮ ਤੇਰਾ ਸੰਗ ਸਹਾਈ। ਉੱਥੇ ਤੇ ਪਰਮਾਤਮਾ ਦੇ ਨਾਮ ਨੇ ਨਿਬੜਨਾ ਏ। ਸੰਸਾਰ ਦੇ ਵਿੱਚ ਧੀਆਂ ਪੁੱਤਰ, ਮਾਤਾ ਪਿਤਾ ਬੰਦੇ ਦਾ, ਇਨਸਾਨ ਦਾ ਸਾਥ ਦੇ ਸਕਦੇ ਨੇ, ਉਹਦੇ ਨਾਲ ਕਾਰ ਵਿਹਾਰ ਦੇ ਵਿੱਚ ਹੱਥ ਵਟਾ ਸਕਦੇ ਨੇ, ਪਰ ਜਦੋਂ ਪਰਮਾਤਮਾ ਦੇ ਦਰਬਾਰ ਦੇ ਵਿੱਚ ਲੇਖਾ ਦੇਣ ਦੀ ਵਾਰੀ ਆਈ ਤੇ ਉੱਥੇ ਕਿਸੇ ਨੇ ਸਾਥ ਨਹੀਂ ਦੇਣਾ ਕਿ ਮੇਰੇ ਪਿਤਾ ਨੇ ਮੇਰੇ ਵਾਸਤੇ ਇੰਨੀ ਜਾਇਦਾਦ ਬਣਾਈ ਹੈ। ਕੇਵਲ ਤਾਂ ਕੇਵਲ ਰੱਬ ਦੇ ਨਾਮ ਨੇ ਉੱਥੇ ਨਿਭਣਾ ਏ। ਸਮਝ ਆ ਗਈ ਕਿ ਚੋਰ ਦੀ ਹਾਮੀ ਤੇ ਸੰਸਾਰ ਦਾ ਕੋਈ ਵਿਅਕਤੀ ਨਹੀਂ ਭਰਦਾ, ਗਵਾਹੀ ਇਸ ਸੰਸਾਰ ਦੇ ਵਿੱਚ ਕੋਈ ਨਹੀਂ ਦਿੰਦਾ, ਉਸ ਜਹਾਨ ਦੇ ਵਿੱਚ ਗਵਾਹੀ ਕੌਣ ਦੇਗਾ। ਸਾਰਾ ਕੁਝ ਛੱਡ ਛਡਾ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਢਹਿ ਪਿਆ ਬਾਬਾ ਬਿਧੀ ਚੰਦ। ਕਹਿੰਦਾ ਦਾਤਿਆ ਮੇਰੇ ਤੇ ਕਿਰਪਾ ਕਰ ਕਿ ਅੱਜ ਤੋਂ ਬਾਅਦ ਮੇਰੀ ਮੱਤ ਜਿਹੜੀ ਆ ਤੇਰੇ ਚਰਨਾਂ ਦੇ ਵਿੱਚ ਲੀਨ ਹੋ ਜਾਵੇ
ਤੇ ਜਿੰਨੀ ਬਾਕੀ ਬਚੀ ਹੈ ਤੇਰੇ ਚਰਨਾਂ ਦੇ ਵਿੱਚ ਜੁੜਿਆਂ ਲੰਘ ਜਾਵੇ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਛਾਤੀ ਦੇ ਨਾਲ ਲਾ ਕੇ ਆਖਿਆ, ਬਾਬਾ ਬਿਧੀ ਚੰਦ, ਗੁਰੂ ਨੇ ਤੇਰੇ ਕੋਲ ਬੜੀਆਂ ਸੇਵਾਵਾਂ ਲੈਣੀਆਂ ਨੇ, ਅਜੇ ਬੜੇ ਤਗੜੇ ਕਾਰਜ ਤੂੰ ਕਰਨੇ ਆ, ਤੂੰ ਗੁਰੂ ਦਾ ਸੱਚਾ ਸਿੱਖ ਹੈ। ਘੁੱਟ ਕੇ ਛਾਤੀ ਦੇ ਨਾਲ ਲਾ ਕੇ ਗੁਰੂ ਪਾਤਸ਼ਾਹ ਜੀ ਨੇ ਆਪਣਾ ਪਰਮ ਸਿੱਖ ਬਣਾ ਲਿਆ ਏ। ਜਦੋਂ ਪਰਮ ਸਿੱਖ ਬਣਾਇਆ ਤੇ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਵੇਲੇ ਗੁਰਮੁਖ ਪਿਆਰਿਓ ਕੋਈ ਵੀ ਔਖਾ ਸਮਾਂ ਆਇਆ, ਬਾਬਾ ਬਿਧੀ ਚੰਦ ਜੀ ਜਿਹੜੇ ਨੇ ਉਹਨਾਂ ਨੇ ਹਰ ਕਾਰਜ ਦੇ ਵਿੱਚ ਵੱਧ ਚੜ ਕੇ ਹਿੱਸਾ ਲਿਆ ਏ। ਚਾਹੇ ਉਹ ਦਸ਼ਾਲਿਆਂ ਦੀ ਘਟਨਾ ਹੈ ਜਿਹੜੇ ਪੱਟੀ ਦੇ ਹਾਕਮਾਂ ਨੇ ਖੋਹ ਲਏ ਸਨ, ਉਹਨਾਂ ਨੂੰ ਲਿਆਉਣ ਵਾਲਾ ਵੀ ਬਾਬਾ ਬਿਧੀ ਚੰਦ। ਜੇ ਦਿਲਬਾਗ ਤੇ ਗੁਲਬਾਗ ਘੋੜੇ ਖੋਏ, ਉਹਨਾਂ ਨੂੰ ਲਿਆਉਣ ਵਾਲਾ ਬਾਬਾ ਬਿਧੀ ਚੰਦ। ਤੇ ਗੁਰਮੁਖ ਪਿਆਰਿਓ ਜਿਹੜਾ ਕੋਈ ਕਾਰਜ ਹੁੰਦਾ ਔਖਾ, ਬਾਬਾ ਬਿਧੀ ਚੰਦ ਜੀ ਇਤਿਹਾਸ ਦੇ ਵਿੱਚ ਲਿਖਿਆ ਮਿਲਦਾ ਹੈ ਕਿ ਮੁਖ ਤੋਂ ਘੱਟ ਬੋਲਦੇ ਨੇ, ਹਰ ਵੇਲੇ ਉਸ ਮਾਲਕ ਦੀ ਉਸਤਤ ਦੇ ਵਿੱਚ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪੜ੍ਹਦੇ ਨੇ। ਤੇ ਗੁਰਮੁਖ ਪਿਆਰਿਓ ਜਦੋਂ ਵੀ ਗੁਰੂ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਕੋਈ ਔਖਾ ਕੰਮ ਆਉਂਦਾ ਹੈ ਤੇ ਝੱਟ ਗੁਰੂ ਦੇ ਚਰਨਾਂ ਦੇ ਵਿੱਚ ਚਲੇ ਜਾਂਦੇ ਨੇ। ਤੇ ਜਦੋਂ ਪਹਿਲਾ ਘੋੜਾ ਲੈ ਕੇ, ਫਿਰ ਮਾਲਕ ਕਿੰਨੀ ਕਿਰਪਾ ਕਰਦਾ ਏ, ਗੁਰੂ ਆਪਣੇ ਸਿੱਖ ਤੇ ਪਰਉਪਕਾਰ ਕੀ ਕਰਦਾ ਏ। ਜਦੋਂ ਪਹਿਲਾ ਘੋੜਾ ਲੈ ਕੇ ਬਾਬਾ ਬਿਧੀ ਚੰਦ ਜੀ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਆਏ ਤੇ ਗੁਰੂ ਪਾਤਸ਼ਾਹ ਜੀ ਨੇ ਆਖਿਆ, ਕਹਿੰਦੇ ਬਾਬਾ ਬਿਧੀ ਚੰਦ ਜੀ ਦੱਸੋ ਕੀ ਮੰਗਣਾ ਚਾਹੁੰਦੇ ਜੇ, ਜੋ ਤੁਹਾਡੇ ਮਨ ਦੀ ਇੱਛਾ ਹੈ, ਗੁਰੂ ਨਾਨਕ ਦਾ ਘਰ ਤੁਹਾਡੇ ਤੇ ਤਰੁੱਠਾ ਹੈ, ਤੁਹਾਨੂੰ ਦੇ ਦਿੱਤਾ ਜਾਵੇਗਾ। ਤੇ ਗੁਰਮੁਖ ਪਿਆਰਿਓ ਬਾਬਾ ਬਿਧੀ ਚੰਦ ਜੀ ਵੇਖੋ ਮੰਗਦੇ ਕੀ ਨੇ। ਕਹਿੰਦੇ ਮਾਲਕਾ ਜੇ ਮੇਰੇ ਤੇ ਤਰੁੱਠਾ ਹੈ, ਮੇਰੇ ਤੇ ਕਿਰਪਾ ਕਰ। ਚਾਰ ਦਾਤਾਂ ਬਾਬਾ ਬਿਧੀ ਚੰਦ ਜੀ ਨੇ ਮੰਗੀਆਂ, ਸਾਨੂੰ ਵੀ ਕਿਤੇ ਗੁਰੂ ਦੇ ਕੋਲੋਂ ਦਾਤ ਮੰਗਣ ਦੀ ਜਾਚ ਆ ਜਾਵੇ। ਜਦੋਂ ਜਾਚ ਆ ਜਾਵੇਗੀ ਨਾ ਤੇ ਗੁਰੂ ਰਹਿਮਤ ਕਰ ਦੇਵੇਗਾ। ਅਸੀਂ ਮੰਗਦੇ ਹਾਂ ਧਨ ਦੌਲਤ, ਧੀਆਂ ਪੁੱਤ, ਕਾਰੋਬਾਰ ਸਿੱਖ ਮੰਗਦਾ ਏ, ਪਰ ਜਿਹੜੀਆਂ ਦਾਤਾਂ ਧੰਨ ਬਾਬਾ ਬਿਧੀ ਚੰਦ ਜੀ ਨੇ ਮੰਗੀਆਂ, ਸਾਨੂੰ ਉਹ ਦਾਤਾਂ ਮੰਗਣ ਦੀ ਜਾਚ ਆ ਜਾਵੇ। ਕਹਿੰਦੇ ਮਾਲਕਾ ਚਾਰ ਦਾਤਾਂ ਚਾਹੀਦੀਆਂ ਨੇ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਕਹਿੰਦੇ ਸਿੱਖਾ ਕਿਹੜੀਆਂ ਚਾਰ ਦਾਤਾਂ? ਕਹਿੰਦੇ ਦਾਤਿਆ ਸਤਿਗੁਰ ਸੰਗ, ਸਤਿਗੁਰ ਅੰਗ, ਸਾਧਕਾ ਸੰਗ, ਨਾਮ ਕਾ ਰੰਗ, ਨਿਸ਼ਚਾ ਅਭੰਗ। ਕਹਿੰਦੇ ਚਾਰ ਦਾਤਾਂ ਚਾਹੀਦੀਆਂ ਨੇ ਕਿ ਗੁਰੂ ਪਾਤਸ਼ਾਹ ਜੀ ਹਮੇਸ਼ਾ ਤੁਸੀਂ ਮੇਰੇ ਅੰਗ ਸੰਗ ਰਵੋ। ਮੈਂ ਜਿੱਥੇ ਜਾਵਾਂ, ਚਾਹੇ ਬਲ ਦੀ ਭੱਠ ਦੇ ਵਿੱਚ ਬੈਠਾਂ, ਚਾਹੇ ਕਿਲੇ ਦੇ ਉੱਤੋਂ ਘੋੜੇ ਦੀ ਛਾਲ ਨਦੀ ਦੇ ਵਿੱਚ ਮਰਵਾ ਦੇਵਾਂ, ਦਰਿਆ 'ਚ ਮਰਵਾ ਦੇਵਾਂ, ਪਰਮਾਤਮਾ ਤੂੰ ਮੇਰੇ ਅੰਗ ਸੰਗ ਰਵੇਂ। ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਤੁਸੀਂ ਮੇਰੇ ਅੰਗ ਸੰਗ ਰਵੋ। ਸਤਿਗੁਰ ਅੰਗ, ਸਾਧਕਾ ਸੰਗ। ਕਹਿੰਦੇ ਹਮੇਸ਼ਾ ਐਸਿਆਂ ਦੀ ਸੰਗਤ ਦੇ ਵਿੱਚ ਨਾ ਪਾਈ ਕਿ ਮੈਂ ਤੇਰੇ ਨਾਮ ਦੇ ਨਾਲੋਂ ਟੁੱਟ ਜਾਵਾਂ। ਐਸਿਆਂ ਦੀ ਸੰਗਤ ਦੇ ਨਾਲ ਨਾ ਜੋੜੀ ਜਿਹਦੀ ਸੰਗਤ ਦੇ ਵਿੱਚ ਜੁੜਿਆ ਮੈਂ ਤੇਰੇ ਬੰਦਗੀ ਦੇ ਨਾਲੋਂ ਟੁੱਟ ਜਾਵਾਂ। ਸਾਧ ਜਨਾਂ ਦਾ ਸੰਗ ਬਖਸ਼ੀ, ਨਾਮ ਦਾ ਰੰਗ ਬਖਸ਼ੀ, ਤੇ ਨਿਸ਼ਚਾ ਅਭੰਗ ਬਖਸ਼ੀ ਕਿ ਕਦੇ ਵੀ ਮੇਰਾ ਨਿਸ਼ਚਾ ਤੇਰੇ ਉੱਤੋਂ ਡੋਲੇ ਨਾ। ਜਿੱਥੇ ਵੀ ਜਾਵਾਂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਘਰ ਦੇ ਨਾਲ ਜੁੜਿਆ ਰਵਾਂ। ਗੁਰੂ ਇੰਨਾ ਪਰਉਪਕਾਰ ਕਰਦਾ ਏ। ਗੁਰੂ ਆਪਣੇ ਸਿੱਖ ਤੇ ਐਸਾ ਪਰਉਪਕਾਰ ਕਰਦਾ ਏ ਜਿਸ ਤਰ੍ਹਾਂ ਧੰਨ ਬਾਬਾ ਬਿਧੀ ਚੰਦ ਜੀ ਨੂੰ ਇਸ ਸੰਸਾਰ ਸਾਗਰ ਦੇ ਵਿੱਚੋਂ ਬਾਹਰ ਕੱਢ ਦਿੱਤਾ। ਜਿਹੜੇ ਪੰਜ ਵਕਾਰ ਦੁਸ਼ਮਣ ਬਣੇ ਹੋਏ ਸਨ, ਚੋਰੀ ਕਰਨ ਦੀ ਵਰਗੀ ਅਲਾਮਤ ਲੱਗੀ ਹੋਈ ਸੀ, ਧੰਨ ਬਾਬਾ ਬਿਧੀ ਚੰਦ ਦੇ ਉੱਤੇ ਐਸਾ ਗੁਰੂ ਨੇ ਪਰਉਪਕਾਰ ਕੀਤਾ, ਆਪਣੇ ਚਰਨਾਂ ਦੇ ਨਾਲ ਜੋੜਿਆ। ਤੇ ਗੁਰਮੁਖ ਪਿਆਰਿਓ ਬਿਰਤੀ ਫਿਰ ਕਿਹੜੀ ਬਣ ਗਈ ਹੈ? ਜਿਹੜੀ ਬਿਰਤੀ ਨੂੰ ਬਾਬਾ ਕਬੀਰ ਜੀ ਨੇ ਇਸ ਸ਼ਬਦ ਦੇ ਵਿੱਚ ਬਿਆਨ ਕੀਤਾ ਹੈ ਕਿ ਪਰਮਗਤ ਪ੍ਰਾਪਤ ਹੋ ਗਈ ਹੈ। ਕਿਸੇ ਚੀਜ਼ ਦੀ ਲਾਲਸਾ ਬਾਕੀ ਨਹੀਂ ਰਹੀ, ਕਿਸੇ ਚੀਜ਼ ਨੂੰ ਪ੍ਰਾਪਤ ਕਰਨ ਦਾ ਮਨ ਦੇ ਵਿੱਚ ਵਲਵਲਾ ਨਹੀਂ ਰਿਹਾ। ਮਨ ਦੇ ਵਿੱਚ ਕੇਵਲ ਆਸ ਇਹ ਹੈ ਕਿ ਮਾਲਕਾ ਤੂੰ ਮੇਰੇ ਅੰਗ ਸੰਗ ਰਵੇਂ, ਤੂੰ ਤੇਰੇ ਚਰਨਾਂ ਦੇ ਨਾਲ ਮੇਰੀ ਪ੍ਰੀਤ ਬਣੀ ਰਵੇ, ਤੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਿਰਪਾ ਦਾ ਮੈਂ ਪਾਤਰ ਬਣਿਆ ਰਵਾਂ। ਸਤਿਗੁਰ ਕੀਨੋ ਪਰਉਪਕਾਰ, ਕਾਢ ਲੀਨ ਸਾਗਰ ਸੰਸਾਰ, ਚਰਨ ਕਮਲ ਸਿਉ ਲਾਗੀ ਪ੍ਰੀਤ, ਗੋਬਿੰਦ ਬਸੈ ਨਿਤਾ ਨਿਤ ਚੀਤ। ਫਿਰ ਜਦੋਂ ਸਾਧ ਦਾ ਸੰਗ ਮਿਲ ਜਾਂਦਾ ਏ, ਗੁਰੂ ਪਰਉਪਕਾਰ ਕਰਕੇ ਇਸ ਸੰਸਾਰ ਸਾਗਰ ਤੋਂ ਕੱਢ ਲੈਂਦਾ ਏ, ਤੇ ਆਦਮੀ ਮਨੁੱਖ ਦਾ ਜਿਹੜਾ ਕਾਰਜ ਕੀ ਹੋ ਜਾਂਦਾ ਏ? ਚਰਨ ਕਮਲ ਸਿਉ ਲਾਗੀ ਪ੍ਰੀਤ,
ਪਰਮਾਤਮਾ ਦੇ ਚਰਨ ਕਮਲਾਂ ਦੇ ਨਾਲ ਉਹਦੀ ਸਾਂਝ ਪੈ ਜਾਂਦੀ ਹੈ, ਉਹਦੇ ਨਾਲ ਉਹਦਾ ਪਿਆਰ ਪੈ ਜਾਂਦਾ ਹੈ। ਗੋਬਿੰਦ ਬਸੈ ਨਿਤਾ ਨਿਤ ਚੀਤ, ਤੇ ਜਿਹੜਾ ਅਕਾਲ ਪੁਰਖ ਹਮੇਸ਼ਾ ਵਾਸਤੇ ਉਹਦੇ ਹਿਰਦੇ ਵਿੱਚ, ਉਹਦੇ ਚਿੱਤ ਦੇ ਵਿੱਚ ਹਰ ਵੇਲੇ ਇਹੀ ਦਿਖਦਾ ਏ, ਹਰ ਵੇਲੇ ਉਹ ਅਕਾਲ ਪੁਰਖ ਨੂੰ ਯਾਦ ਕਰਦਾ ਏ। ਫਿਰ ਮਨ ਦੇ ਵਿੱਚ ਧਾਰਨਾ ਕਿਹੜੀ ਬਣ ਜਾਂਦੀ ਹੈ? ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਏ। ਹਰ ਥਾਂ ਤੇ ਅਕਾਲ ਪੁਰਖ ਨਜ਼ਰ ਆਉਂਦਾ ਏ, ਹਰ ਥਾਂ ਤੇ, ਹਰ ਵਿੱਚੋਂ ਉਸ ਅਕਾਲ ਪੁਰਖ ਦੀ ਮੂਰਤ ਨਜ਼ਰ ਆਉਂਦੀ ਹੈ। ਚਰਨ ਕਮਲ ਸਿਉ ਲਾਗੀ ਪ੍ਰੀਤ, ਜਦੋਂ ਪਰਮਾਤਮਾ ਦੇ ਚਰਨ ਕਮਲਾਂ ਦੇ ਨਾਲ ਇਨਸਾਨ ਦੀ ਸੁਰਤੀ ਜੁੜ ਜਾਂਦੀ ਹੈ, ਉਹਦਾ ਮਨ ਜੁੜ ਜਾਂਦਾ ਹੈ। ਗੁਰਮੁਖ ਪਿਆਰਿਓ, ਅਸਲ ਦੇ ਵਿੱਚ ਇਨਸਾਨ ਦਾ ਮਨ ਹੀ ਹੈ ਜਿਹੜਾ ਉਹਨੂੰ ਅਕਾਲ ਪੁਰਖ ਵਾਲੇ ਪਾਸੇ ਨਹੀਂ ਆਉਣ ਦਿੰਦਾ। ਜੇ ਮਨ ਗੁਰੂ ਦੇ ਚਰਨਾਂ ਦੇ ਵਿੱਚ ਟਿਕ ਜਾਵੇ ਤੇ ਹੱਥ ਸੇਵਾ ਦੇ ਵਿੱਚ ਲੱਗ ਜਾਂਦੇ ਨੇ। ਪੈਰਾਂ ਦੇ ਨਾਲ ਚੱਲ ਕੇ ਇਨਸਾਨ ਗੁਰੂ ਦੇ ਕੋਲ ਆ ਜਾਂਦਾ ਏ, ਹੱਥਾਂ ਦੇ ਨਾਲ ਧਰਮ ਦੀ ਕਿਰਤ ਕਰਦਾ ਏ, ਨੇਤਰਾਂ ਦੇ ਨਾਲ ਬਾਣੀ ਪੜ੍ਹਦਾ ਏ। ਬਾਣੀ ਦਾ ਵਾਕ ਹੈ, ਮਨ ਮੈਲਾ ਸਭ ਕਿਛ ਮੈਲਾ, ਤਨ ਧੋਤੈ ਮਨ ਹੱਛਾ ਨਾ ਹੋਏ। ਤਨ ਨੂੰ ਜਿੰਨਾ ਮਰਜ਼ੀ ਰਗੜ ਰਗੜ ਕੇ ਇਨਸਾਨ ਧੋਈ ਜਾਵੇ। ਸਰੀਰ ਦੀ ਸਫਾਈ ਵਾਸਤੇ ਤਨ ਦੀ ਸਫਾਈ ਰੱਖਣੀ ਜ਼ਰੂਰੀ ਹੈ, ਅਰੋਗ ਰਹਿਣ ਵਾਸਤੇ ਸਰੀਰ ਦੀ ਸਫਾਈ ਰੱਖਣੀ ਜ਼ਰੂਰੀ ਹੈ। ਪਰ ਗੁਰਮੁਖ ਪਿਆਰਿਓ ਕਹਿੰਦੇ ਮਨ ਤੇ ਜਿਹੜਾ ਏ ਉਹ ਚੰਗੇ ਕਰਮ ਕੀਤਿਆਂ ਹੀ ਸਾਫ਼ ਹੋਣਾ ਏ। ਮਨ ਮੈਲਾ, ਜੇ ਮਨ ਮੈਲਾ ਏ ਤੇ ਬੰਦੇ ਦੇ ਕੰਮ ਕਦੇ ਵੀ ਜਿਹੜੇ ਨੇ ਉਹ ਇਨਸਾਨ ਨੂੰ ਜਿਹੜਾ ਏ ਰੱਬ ਦੇ ਕੋਲ ਨਹੀਂ ਲੈ ਕੇ ਜਾ ਸਕਦੇ। ਹੱਥ ਕਦੇ ਧਰਮ ਦੀ ਕਿਰਤ ਨਹੀਂ ਕਰ ਸਕਦੇ, ਨੇਤਰ ਕਦੇ ਗੁਰੂ ਪਾਤਸ਼ਾਹ ਜੀ ਦੀ ਬਾਣੀ ਨਹੀਂ ਪੜ੍ਹ ਸਕਦੇ। ਕਦਮਾਂ ਦੇ ਨਾਲ ਚੱਲ ਕੇ ਵੀ ਵਿਚਾਰ ਕਰਨ ਵਾਸਤੇ ਤੇ ਜ਼ਰੂਰ ਜਾਵੇਗਾ, ਪਰ ਗੁਰੂ ਦੀ ਸੰਗਤ ਵਾਸਤੇ ਕਦਮ ਨਹੀਂ ਮੁੜਨਗੇ। ਕਦਮ ਮੁੜਨਗੇ ਕਦੋਂ? ਚਰਨ ਕਮਲ ਸਿਉ ਲਾਗੀ ਪ੍ਰੀਤ, ਜਦੋਂ ਪਰਮਾਤਮਾ ਦੇ ਚਰਨ ਕਮਲਾਂ ਦੇ ਨਾਲ ਉਹਦੀ ਪ੍ਰੀਤ ਜੁੜ ਜਾਵੇਗੀ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਗੁਰੂ ਪਾਤਸ਼ਾਹ ਜੀ ਨੇ ਗਧੇ ਦਾ ਦ੍ਰਿਸ਼ਟਾਂਤ ਦੇ ਕੇ ਸਮਝਾਇਆ ਮਨੁੱਖ ਨੂੰ ਹੈ। ਵੇਖੋ ਦੁਨੀਆ ਦਾ ਸਰਦਾਰ, ਜਿਹਨੂੰ ਧਰਤੀ ਦਾ ਸਰਦਾਰ ਆਖਿਆ ਏ, ਉਹਨੂੰ ਸਮਝਾਉਣ ਵਾਸਤੇ ਮਾਲਕ ਨੇ ਗਧੇ ਦੀ ਉਦਾਹਰਣ ਦਿੱਤੀ ਹੈ। ਮਾਲਕ ਜੀ ਕਿਰਪਾ ਕਰਦੇ ਨੇ, ਕਹਿੰਦੇ ਮਨ ਖੁਟਹਰ ਤੇਰਾ ਨਹੀਂ ਬਿਸਾਸ ਤੂੰ ਮਹਾ ਉਦਮਾਦਾ, ਖਰਕਾ ਪੈਂਖਰ ਤਉ ਛੁਟੈ ਜੋ ਉੱਪਰ ਲਾਦਾ। ਮਾਲਕ ਜੀ ਕਹਿੰਦੇ ਵੇਖ ਤੇਰਾ ਮਨ ਜਿਹੜਾ ਉਹ ਗਧੇ ਦੀ ਨਿਆਈ ਹੈ। ਜਦੋਂ ਇੱਕ ਗਧਾ ਬਾਜ਼ਾਰ ਦੇ ਵਿੱਚ ਜਾਂਦਾ ਹੈ, ਜਦੋਂ ਉਹਦਾ ਮਾਲਕ, ਆਪ ਦਿੱਲੀ ਵਰਗੇ ਸ਼ਹਿਰਾਂ ਦੇ ਵਿੱਚ ਰਹਿੰਦੇ ਹੋ, ਤੇ ਜਦੋਂ ਵੀ ਬਾਜ਼ਾਰ ਦੇ ਵਿੱਚ ਭੀੜੀਆਂ ਗਲੀਆਂ ਦੇ ਵਿੱਚ ਕੋਈ ਸਮਾਨ ਲਿਜਾਇਆ ਜਾਂਦਾ ਏ ਤੇ ਉਹ ਗਧਿਆਂ ਉੱਤੇ ਲੱਦ ਕੇ ਖੜਿਆ ਜਾਂਦਾ ਏ, ਘੋੜਿਆਂ ਉੱਤੇ ਲੱਦ ਕੇ ਖੜਿਆ ਜਾਂਦਾ ਏ। ਮਾਲਕ ਜੀ ਕਹਿੰਦੇ ਤੇਰਾ ਮਨ ਵੀ ਗਧੇ ਦੀ ਨਿਆਈ ਹੈ। ਜਦੋਂ ਗਧੇ ਦਾ ਮਾਲਕ ਉਹਦੇ ਉੱਤੇ ਵਜ਼ਨ ਪਾ ਕੇ ਗਧੇ ਨੂੰ ਬਾਜ਼ਾਰ ਦੇ ਵਿੱਚੋਂ ਦੀ ਲੈ ਕੇ ਜਾਂਦਾ ਏ, ਉਹ ਇੱਕ ਚਾਲ ਦੇ ਵਿੱਚ, ਇੱਕ ਸੁਰਤ ਦੇ ਵਿੱਚ ਟਿਕਿਆ ਜਾਂਦਾ ਏ। ਨਾ ਤਾਂ ਕਿਸੇ ਨੂੰ ਉਹ ਲੱਤ ਮਾਰਦਾ ਏ, ਨਾ ਉਹ ਕਿਸੇ ਨੂੰ ਦਲੱਤਾ ਮਾਰਦਾ ਏ, ਨਾ ਕੋਈ ਖਰਾਬੀ ਕਰਦਾ ਏ। ਪਰ ਆਉਂਦੇ ਸਮੇਂ ਜਦੋਂ ਉਹਦੇ ਉੱਤੋਂ ਵਜ਼ਨ ਉਤਾਰ ਦਿੱਤਾ ਜਾਂਦਾ ਏ, ਫਿਰ ਉਹ ਦੁਨੀਆ ਦੇ ਲੋਕਾਂ ਨੂੰ ਲੱਤਾਂ ਵੀ ਬਾਜ਼ਾਰ ਦੇ ਵਿੱਚ ਮਾਰਦਾ ਏ, ਕਿਸੇ ਦਾ ਨੁਕਸਾਨ ਵੀ ਦਲੱਤਾ ਮਾਰ ਕੇ ਕਰ ਦਿੰਦਾ ਏ। ਕਹਿੰਦੇ ਇਸੇ ਤਰ੍ਹਾਂ ਤੇਰਾ ਮਨ ਹੈ। ਜਦੋਂ ਇਹਦੇ ਉੱਤੇ ਗੁਰੂ ਬਾਬੇ ਦੀ ਬਾਣੀ ਦਾ ਭਾਰ ਪਿਆ ਰਵੇਗਾ, ਜਦੋਂ ਇਹਦੇ ਉੱਤੇ ਗੁਰੂ ਪਾਤਸ਼ਾਹ ਜੀ ਦੀ ਬਾਣੀ ਦਾ ਵਜ਼ਨ ਪਿਆ ਰਵੇਗਾ, ਤੇਰਾ ਮਨ ਇੱਕ ਚਾਲ ਦੇ ਵਿੱਚ ਅਕਾਲ ਪੁਰਖ ਦੇ ਭਾਣੇ ਦੇ ਵਿੱਚ ਚੱਲੇਗਾ। ਤੇ ਜਦੋਂ ਤੇਰੇ ਮਨ ਉੱਤੋਂ ਗੁਰੂ ਪਾਤਸ਼ਾਹ ਜੀ ਦੀ ਬਾਣੀ ਦਾ ਵਜ਼ਨ ਲੱਥ ਗਿਆ, ਤੇ ਕਹਿੰਦੇ ਤੇਰਾ ਮਨ ਵੀ ਗਧੇ ਦੀ ਤਰ੍ਹਾਂ ਦੁਨੀਆ ਦੇ ਲੋਕਾਂ ਦਾ ਨੁਕਸਾਨ ਕਰੇਗਾ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਿਰਪਾ ਕਰਦੇ ਨੇ, ਕਹਿੰਦੇ ਆਪਣੇ ਮਨ ਨੂੰ ਚਰਨ ਕਮਲ ਸਿਉ ਲਾਗੀ ਪ੍ਰੀਤ, ਗੋਬਿੰਦ ਬਸੈ ਨਿਤਾ ਨਿਤ ਚੀਤ। ਕਹਿੰਦੇ ਤੂੰ ਆਪਣੇ ਮਨ ਨੂੰ ਉਸ ਅਕਾਲ ਪੁਰਖ ਦੇ ਨਾਲ ਜੋੜ ਕੇ ਰੱਖ। ਤੇ ਗੁਰਮੁਖ ਪਿਆਰੇ, ਜਦੋਂ ਮਨ ਉਸ ਅਕਾਲ ਪੁਰਖ ਦੇ ਨਾਲ ਜੁੜ ਜਾਂਦਾ ਏ ਤੇ ਫਿਰ ਵਰਤਾਰਾ ਕੀ ਵਰਤਦਾ ਏ? ਮਾਇਆ ਤਪਤ ਬੁਝਿਆ ਅੰਗਿਆਰ, ਮਨ ਸੰਤੋਖ ਨਾਮ ਆਧਾਰ। ਮਾਇਆ ਤਪਤ ਬੁਝਿਆ ਅੰਗਿਆਰ, ਜਿਹੜੀ ਮਾਇਆ ਦੀ ਅੱਗ ਅੰਦਰ ਨੂੰ ਸਾੜਦੀ ਹੈ, ਉਹ ਅੱਗ ਜਿਹੜੀ ਹੈ ਤ੍ਰਿਸ਼ਨਾ ਦੀ ਅੱਗ, ਉਹ ਠੰਡੀ ਹੋ ਜਾਂਦੀ ਹੈ। ਮਨ ਦੇ ਵਿੱਚ ਸੰਤੋਖ ਆ ਜਾਂਦਾ ਏ। ਤੇ ਮਨ ਨੂੰ ਸੰਤੋਖ ਆਉਣ ਦਾ ਆਧਾਰ ਕੀ ਹੈ? ਪਰਮਾਤਮਾ ਦਾ ਨਾਮ। ਮਨ ਸੰਤੋਖ ਨਾਮ ਆਧਾਰ। ਮਨ ਨੂੰ ਸੰਤੋਖ ਆ ਗਿਆ, ਆਧਾਰ ਬਣਿਆ ਪਰਮਾਤਮਾ ਦਾ ਨਾਮ।
ਤੇ ਜਦੋਂ ਪਰਮਾਤਮਾ ਦਾ ਨਾਮ ਬਣ ਕੇ ਮਨ ਨੂੰ ਸੰਤੋਖ ਆਇਆ, ਜਿਹੜੇ ਅੰਦਰ ਹਿਰਦੇ ਦੇ ਵਿੱਚ ਮਾਇਆ ਇਕੱਠੀ ਕਰਨ ਦੀ ਅੱਗ ਲੱਗੀ ਹੋਈ ਸੀ, ਅੰਦਰ ਅੰਗਿਆਰ ਬਲਦੇ ਸਨ, ਮਾਲਕ ਜੀ ਕਹਿੰਦੇ ਉਹ ਮਾਇਆ ਜਿਹੜੀ ਹੈ ਉਹਨੂੰ ਇਕੱਠਿਆਂ ਕਰਨ ਦੀ ਅੰਗਿਆਰ ਜਿਹੜੇ ਅੰਦਰ ਬਲਦੇ ਸੀ ਉਹ ਬੁੱਝ ਗਏ, ਸ਼ਾਂਤ ਹੋ ਗਏ। ਜਿਹੜੀ ਮਨ ਦੇ ਵਿੱਚ ਬਿਰਤੀ ਸੀ, ਸਹਿਸ ਖਟੇ ਲੱਖ ਕੋਠ ਧਾਵੈ, ਤ੍ਰਿਪਤ ਨ ਆਵੈ, ਮਾਇਆ ਪਾਛੇ ਪਾਵੈ, ਪਿੱਛੇ ਪਿੱਛੇ ਭੱਜਿਆ ਫਿਰਦਾ ਸੀ ਕਿ ਮੈਂ ਧਨ ਦੇ ਅੰਬਾਰ ਇਕੱਠੇ ਕਰ ਲਵਾਂ। ਮਾਲਕ ਜੀ ਕਹਿੰਦੇ ਉਹ ਮਾਇਆ ਦੀ ਤਪਤ ਬੁੱਝ ਗਈ ਹੈ। ਹੁਣ ਕੀ ਹੋ ਗਿਆ ਏ? ਸੰਤੋਖ ਆ ਗਿਆ। ਬਿਨਾ ਸੰਤੋਖ ਨਹੀਂ ਕੋ ਰਾਜਾ। ਸੰਤੋਖ ਤੋਂ ਬਿਨਾ ਕਦੇ ਤ੍ਰਿਪਤੀ ਨਹੀਂ ਹੋ ਸਕਦੀ। ਸੰਤੋਖ ਤੋਂ ਬਿਨਾ ਕਦੇ ਬੰਦੇ ਦੇ ਮਨ ਨੂੰ ਧੀਰਜ ਨਹੀਂ ਆ ਸਕਦਾ। ਤੇ ਸੰਤੋਖ ਆਉਣ ਦਾ ਜਰੀਆ ਕੀ ਆ? ਅਕਾਲ ਪੁਰਖ ਦਾ ਨਾਮ। ਤੇ ਨਾਮ ਹਿਰਦੇ ਦੇ ਵਿੱਚ ਉਦੋਂ ਟਿਕਦਾ ਹੈ ਜਦੋਂ ਪਰਮਾਤਮਾ ਦੇ ਚਰਨਾਂ ਦੀ ਪ੍ਰੀਤ ਹਿਰਦੇ ਦੇ ਵਿੱਚ ਲੱਗ ਜਾਵੇ, ਜਦੋਂ ਪਰਮਾਤਮਾ ਦੇ ਚਰਨਾਂ ਦਾ ਪਿਆਰ ਲੱਗ ਜਾਵੇ, ਇਨਸਾਨ ਦੇ ਮਨ ਦੇ ਵਿੱਚੋਂ ਹੰਕਾਰ ਪਾਸੇ ਚਲਾ ਜਾਵੇ। ਕਿਉਂਕਿ ਗੁਰਮੁਖ ਪਿਆਰਿਓ, ਜਿੱਥੇ ਹਉਮੈ ਆ ਜਾਵੇ ਪਰਮਾਤਮਾ ਦਾ ਨਾਮ ਨਹੀਂ ਜੇ ਟਿਕ ਸਕਦਾ, ਤੇ ਜਿੱਥੇ ਅਕਾਲ ਪੁਰਖ ਦੀ ਉਸਤਰ ਟਿਕ ਜਾਵੇ ਉੱਥੇ ਹਉਮੈ ਦਾ ਨਾਮ ਨਿਸ਼ਾਨ ਨਹੀਂ ਜੇ ਰਹਿੰਦਾ। ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਥਾਏ, ਹੁਕਮ ਮੰਨੇ ਤਾਂ ਹਰ ਮਿਲੇ, ਤਾਂ ਵਿੱਚੋਂ ਹਉਮੈ ਜਾਏ। ਮਾਲਕ ਜੀ ਕਹਿੰਦੇ ਜੇ ਹੁਕਮ ਨੂੰ ਬੁੱਝ ਲਵੇਂਗਾ, ਉਹਦੇ ਚਰਨਾਂ ਦੇ ਨਾਲ ਆਪਣੀ ਪ੍ਰੀਤ ਪਾ ਲਵੇਂਗਾ, ਤੇ ਮਾਇਆ ਦੇ ਨਾਲ ਜਿਹੜੀ ਅੰਦਰ ਦੀ ਭਾਵਨਾ ਹੈ, ਜਿਹੜਾ ਅੰਦਰ ਸੜਦਾ ਪਿਆ ਹੈ ਮਾਇਆ ਦੇ ਨਾਲ, ਉਹ ਅੰਗਿਆਰੇ ਜਿਹੜੇ ਨੇ ਉਹ ਬੁੱਝ ਜਾਣਗੇ। ਮਨ ਦੇ ਵਿੱਚ ਸੰਤੋਖ ਆ ਜਾਵੇਗਾ, ਨਾਮ ਤੇਰੀ ਜ਼ਿੰਦਗੀ ਦਾ ਆਧਾਰ ਬਣ ਜਾਵੇਗਾ, ਤੇ ਗੁਰੂ ਦੀ ਕਿਰਪਾ ਦਾ ਪਾਤਰ ਬਣ ਜਾਵੇਗਾ। ਜਦੋਂ ਮਨ ਨੂੰ ਸੰਤੋਖ ਆ ਗਿਆ, ਨਾਮ ਆਧਾਰ ਬਣ ਗਿਆ, ਫਿਰ ਜਲ ਥਲ ਪੂਰ ਰਹੇ ਪ੍ਰਭ ਸੁਆਮੀ, ਜਤ ਪੇਖੋਂ ਤਤ ਅੰਤਰਜਾਮੀ। ਜਦੋਂ ਨਾਮ ਆਧਾਰ ਬਣ ਕੇ ਮਨ ਨੂੰ ਸੰਤੋਖ ਆ ਗਿਆ, ਫਿਰ ਹਰ ਇੱਕ ਜਗ੍ਹਾ ਤੇ ਪਰਮਾਤਮਾ ਹੀ ਪਰਮਾਤਮਾ ਨਜ਼ਰ ਆਇਆ। ਊਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ। ਫਿਰ ਹਰ ਥਾਂ ਤੇ ਉਹ ਅਕਾਲ ਪੁਰਖ, ਜੇ ਰਸਤੇ ਦੇ ਵਿੱਚ ਤੁਰਿਆ ਜਾਂਦਾ ਏ ਤਾਂ ਵੀ ਮਨ ਦੇ ਵਿੱਚੋਂ ਮੁਖ ਦੇ ਉੱਪਰੋਂ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨਿਕਲਦਾ ਏ। ਜੇ ਸੁੱਤਾ ਏ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ, ਫਿਰ ਵੀ ਮੁਖ ਦੇ ਉੱਪਰੋਂ ਨਿਕਲਦਾ ਏ। ਜੇ ਆਪਣੇ ਘਰ ਦਾ ਕੋਈ ਕਾਰਜ ਕਰਦਾ ਏ, ਫਿਰ ਵੀ ਮੁਖ ਦੇ ਉੱਪਰੋਂ ਵਾਹਿਗੁਰੂ ਵਾਹਿਗੁਰੂ ਨਿਕਲਦਾ ਏ। ਤੇ ਗੁਰਮੁਖ ਪਿਆਰਿਓ, ਆਓ ਬਿਰਤੀਆਂ ਨੂੰ ਜੋੜੀਏ ਤੇ ਇੱਕ ਵਾਰੀ ਸਾਰੀ ਸੰਗਤ ਕਹਿ ਦਿਓ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਮਨ ਦੇ ਵਿੱਚ ਪਰਮਾਤਮਾ ਦਾ ਨਾਮ ਟਿਕ ਜਾਂਦਾ ਏ। ਮਨ ਦੇ ਵਿੱਚੋਂ ਹਰ ਵੇਲੇ ਉਸ ਅਕਾਲ ਪੁਰਖ ਦੀ ਉਸਤਤ ਚੱਲਦੀ ਰਹਿੰਦੀ ਹੈ। ਹਰ ਵੇਲੇ ਪਰਮਾਤਮਾ ਦਾ ਨਾਮ ਮਨ ਦੇ ਵਿੱਚ ਉਜਾਗਰ ਹੋ ਜਾਂਦਾ ਏ। ਫਿਰ ਚਾਹੇ ਕੋਈ ਉਹ ਆਪਣੇ ਘਰ ਦਾ ਕਾਰਜ ਕਰਦਾ ਹੋਵੇ, ਚਾਹੇ ਸਿੱਖ ਆਪਣੀ ਦੁਕਾਨ ਤੇ ਬੈਠਾ ਹੋਵੇ, ਚਾਹੇ ਆਪਣੇ ਕਾਰੋਬਾਰ ਦੇ ਵਿੱਚ ਰੁੱਝਾ ਹੋਵੇ, ਹਰ ਵੇਲੇ ਉਹਦੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਨਾਮ ਚੱਲਦਾ ਏ। ਜਲ ਥਲ ਪੂਰ ਰਹੇ ਪ੍ਰਭ ਸੁਆਮੀ, ਜਤ ਪੇਖੋਂ ਤਤ ਅੰਤਰਜਾਮੀ। ਹਰ ਥਾਂ ਤੇ ਅਕਾਲ ਪੁਰਖ ਨਜ਼ਰ ਆਉਂਦਾ ਏ। ਗਰੀਬ ਦੇ ਵਿੱਚੋਂ ਵੀ ਪਰਮਾਤਮਾ ਦਿਸਦਾ ਏ, ਅਮੀਰ ਦੇ ਵਿੱਚੋਂ ਵੀ ਪਰਮਾਤਮਾ ਦਿਸਦਾ ਏ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਅੰਦਰ ਅਨੇਕਾਂ ਦ੍ਰਿਸ਼ਟਾਂਤ ਨੇ। ਤੇ ਗੁਰਮੁਖ ਪਿਆਰਿਓ, ਇਤਿਹਾਸ ਵਿੱਚੋਂ ਇੱਕ ਛੋਟੀ ਜੀ ਘਟਨਾ ਆਪ ਜੀ ਨਾਲ ਸਾਂਝੀ ਕਰਾਂ। ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆ ਕੇ ਜਦੋਂ ਸਿੱਖਾਂ ਨੇ ਸ਼ਿਕਾਇਤ ਕੀਤੀ ਕਿ ਗੁਰੂ ਪਾਤਸ਼ਾਹ ਜੀ, ਜੰਗ ਦੇ ਮੈਦਾਨ ਦੇ ਵਿੱਚ ਦੁਸ਼ਮਣ ਨੂੰ ਅਸੀਂ ਖਤਮ ਕਰਕੇ ਉਹਨੂੰ ਫੱਟ ਲਾ ਕੇ ਜੰਗ ਦੇ ਮੈਦਾਨ ਦੇ ਵਿੱਚ ਸੁੱਟਦੇ ਹਾਂ, ਭਾਈ ਕਨ੍ਹਈਆ ਜੀ ਆਉਂਦੇ ਨੇ ਤੇ ਸਾਰਿਆਂ ਨੂੰ ਪਾਣੀ ਪਿਆਈ ਜਾਂਦੇ ਨੇ। ਜਦੋਂ ਭਾਈ ਕਨ੍ਹਈਆ ਜੀ ਨੂੰ ਪੁੱਛਿਆ ਤੇ ਭਾਈ ਕਨ੍ਹਈਆ ਜੀ ਨੇ ਜਵਾਬ ਬੜਾ ਸੁੰਦਰ ਦਿੱਤਾ। ਕਹਿੰਦੇ, ਮਾਲਕਾ, ਨਾ ਮੈਂ ਸਿੱਖਾਂ ਨੂੰ ਪਾਣੀ ਪਿਆਉਣਾ, ਨਾ ਮੈਂ ਦੁਸ਼ਮਣਾਂ ਨੂੰ ਪਾਣੀ ਪਿਆਉਣਾ, ਮੈਨੂੰ ਤੇ ਸਾਰਿਆਂ ਦੇ ਵਿੱਚੋਂ ਤੇਰਾ ਸਰੂਪ ਹੀ ਨਜ਼ਰ ਆਉਂਦਾ ਏ। ਮੈਂ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਪਾਣੀ ਪਿਆਉਣਾ ਹੈ, ਕਿਸੇ ਦੂਜੇ ਨੂੰ ਨਹੀਂ। ਹਰ ਥਾਂ ਤੋਂ ਮੈਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨਜ਼ਰ ਆਉਂਦਾ ਏ। ਹਰ ਦੇ ਵਿੱਚੋਂ ਮੈਨੂੰ ਤੇਰਾ ਸਰੂਪ ਨਜ਼ਰ ਆਉਂਦਾ ਏ। ਨਾ ਤੇ ਮੈਂ ਦੁਸ਼ਮਣ ਨੂੰ ਪਾਣੀ ਪਿਆਇਆ, ਨਾ ਮੈਂ ਸਿੱਖ ਨੂੰ ਪਿਆਇਆ। ਆਪ ਹੀ ਤੂੰ ਆਪਣੇ ਘਰ ਦੇ ਵਿੱਚੋਂ ਇਹ ਗੱਲ ਮੈਨੂੰ, ਇਹ ਬਚਨ ਮੈਨੂੰ ਸਰਵਣ ਕਰਵਾਏ ਸਨ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣਿਆਈ। ਪਰਮਾਤਮਾ, ਮੈਂ ਕਿਵੇਂ ਭੁੱਲ ਜਾਵਾਂ
ਗੁਰੂ ਪਾਤਸ਼ਾਹ ਜੀ ਸਾਰਿਆਂ ਦੇ ਵਿੱਚੋਂ ਮੈਨੂੰ ਤੁਹਾਡਾ ਸਰੂਪ ਨਜ਼ਰ ਆਉਂਦਾ ਏ, ਫਿਰ ਹਾਲਤ ਵੀ ਗੁਰਮੁਖ ਪਿਆਰਿਓ ਇਹੀ ਬਣ ਜਾਂਦੀ ਹੈ। ਜਲ ਥਲ ਪੂਰ ਰਹੇ ਪ੍ਰਭ ਸੁਆਮੀ, ਜਤ ਪੇਖੋਂ ਤਤ ਅੰਤਰਜਾਮੀ। ਜਦੋਂ ਸਾਰਿਆਂ ਦੇ ਵਿੱਚੋਂ ਉਹ ਪਰਮਾਤਮਾ, ਉਹ ਵਾਹਿਗੁਰੂ ਅਕਾਲ ਪੁਰਖ ਨਜ਼ਰ ਆਉਣ ਲੱਗ ਪਿਆ, ਤੇ ਫਿਰ ਭਾਣਾ ਕੀ ਵਰਤਦਾ ਏ, ਫਿਰ ਗੁਰੂ ਕਿਰਪਾ ਕੀ ਕਰਦਾ ਏ, ਆਪਣੀ ਭਗਤ ਆਪ ਹੀ ਦ੍ਰਿੜਾਈ, ਪੂਰਬ ਲਿਖਤ ਮਿਲਿਆ ਮੇਰੇ ਭਾਈ। ਤੇ ਮਾਲਕ ਜੀ ਕਿਰਪਾ ਕਰਦੇ ਨੇ, ਭਗਤ ਸਾਹਿਬਾਨ ਜੀ ਨੇ ਕਿਰਪਾ ਕੀਤੀ ਹੈ। ਕਹਿੰਦੇ ਫਿਰ ਆਪਣੀ ਭਗਤ ਪਰਮਾਤਮਾ ਆਪ ਹੀ ਹਿਰਦੇ ਦੇ ਵਿੱਚ ਦ੍ਰਿੜਾ ਲੈਂਦਾ ਏ, ਪਰਮਾਤਮਾ ਆਪ ਹੀ ਕਿਰਪਾ ਕਰਦਾ ਏ। ਤੇ ਜਿਹੜਾ ਪੂਰਬ ਲਿਖਤ ਮਿਲਿਆ ਮੇਰੇ ਭਾਈ, ਪੂਰਬਲੇ ਮੇਰੇ ਕਰਮ ਜਿਹੜੇ ਨੇ ਭਾਗ ਗੁਰੂ ਨੇ ਮੇਰੇ ਜਗਾ ਦਿੱਤੇ। ਜਦੋਂ ਮੈਂ ਸਾਧ ਗੁਰੂ ਦੀ ਸ਼ਰਨ ਦੇ ਵਿੱਚ ਪੈ ਗਿਆ, ਮੇਰਾ ਮਨ ਗੁਰੂ ਦੇ ਚਰਨਾਂ ਦੇ ਵਿੱਚ ਜੁੜ ਗਿਆ, ਮੇਰੀ ਸੁਰਤ ਗੁਰੂ ਦੇ ਚਰਨਾਂ ਦੇ ਵਿੱਚ ਜਾ ਟਿਕੀ, ਮੈਂ ਸਾਰਾ ਕੁਝ ਜਦੋਂ ਗੁਰੂ ਨੂੰ ਸੌਂਪ ਦਿੱਤਾ, ਫਿਰ ਜਿਹੜੀ ਅਵਸਥਾ ਪਰਮਗਤ ਸੀ ਮੈਨੂੰ ਉਹ ਪ੍ਰਾਪਤ ਹੋ ਗਈ ਹੈ। ਗੁਰਮੁਖ ਪਿਆਰਿਓ, ਇਸ ਸੰਸਾਰ ਦੇ ਵਿੱਚ ਇਨਸਾਨ ਆਇਆ ਹੀ ਇਸ ਕਰਕੇ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸੰਗਤ ਦੀ ਮਹਾਨਤਾ ਹਰ ਥਾਂ ਤੇ ਗੁਰੂ ਪਾਤਸ਼ਾਹ ਜੀ ਨੇ ਦਰਸਾਈ ਹੈ। ਹਰ ਇੱਕ ਕਾਰਜ ਦੀ ਸ਼ੁਰੂਆਤ, ਸਿੱਖ ਦੇ ਜੀਵਨ ਦੀ ਸ਼ੁਰੂਆਤ, ਪਰਮਗਤ ਦੀ ਸ਼ੁਰੂਆਤ ਸਾਧ ਸੰਗਤ ਦੇ ਵਿੱਚੋਂ ਹੀ ਹੁੰਦੀ ਹੈ। ਇੱਥੋਂ ਆ ਕੇ ਤੇ ਪਤਾ ਲੱਗਦਾ ਹੈ ਕਿ ਭਾਈ ਤੂੰ ਇੱਕ ਪੰਗਤ ਦੇ ਵਿੱਚ ਬੈਠ ਕੇ ਪ੍ਰਸ਼ਾਦਾ ਛਕਣਾ ਹੈ। ਇੱਥੋਂ ਆ ਕੇ ਸਮਝ ਆਉਂਦੀ ਹੈ ਕਿ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਆਧਾਰ ਬਣਾ ਕੇ ਆਪਣਾ ਜੀਵਨ ਬਤੀਤ ਕਰਨਾ ਹੈ। ਤੇ ਸੰਗਤ ਦੇ ਵਿੱਚੋਂ ਇਸ ਗੱਲ ਦੀ ਜਾਂਚ ਆਉਂਦੀ ਹੈ ਕਿ ਭਾਈ ਸਾਰਿਆਂ ਦੇ ਵਿੱਚ ਉਸ ਅਕਾਲ ਪੁਰਖ ਦੀ ਜੋਤ ਹੈ, ਸਾਰਿਆਂ ਦੇ ਵਿੱਚੋਂ ਤੂੰ ਉਸ ਨਿਜ ਸਰੂਪ ਨੂੰ ਦੇਖਣਾ ਹੈ, ਜਿਹੜਾ ਸਾਰਿਆਂ ਦੇ ਅੰਦਰ ਵਰਤਦਾ ਏ, ਜਿਹੜਾ ਦੁਨੀਆ ਦੇ ਜਰੇ ਜਰੇ ਦੇ ਵਿੱਚ ਸਮਾਇਆ ਹੋਇਆ ਏ, ਜਿਹੜਾ ਹਰ ਇੱਕ ਨੂੰ ਦਾਤਾਂ ਦਿੰਦਾ ਏ, ਜਿਹੜਾ ਹਰ ਇੱਕ ਨੂੰ ਬਰਕਤਾਂ ਦਿੰਦਾ ਏ। ਜਿਨੇ ਤੈਨੂੰ ਸੰਸਾਰ ਸਾਗਰ ਤੇ ਭੇਜਿਆ ਏ, ਉਹਨੂੰ ਪਾਉਣ ਦਾ ਤਰੀਕਾ ਕੀ ਹੈ? ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਿਰਪਾ ਕਰਦੇ ਨੇ, ਆਖਦੇ ਨੇ, ਕਉ ਬਤਾਨ ਕੋ ਪੂਜਤ ਹੈ, ਪਸ ਕਉ ਮਿਰਤਾਨ ਕੋ ਪੂਜਤ ਧਾਇਓ, ਕੂਰ ਕਿਰਿਆ ਉਰਜਿਓ ਸਭ ਹੀ ਜਗ, ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ। ਮਾਲਕ ਜੀ ਕਹਿੰਦੇ ਭੇਦ ਤਾਂ ਕਿਸੇ ਨੇ ਪਾਇਆ ਹੀ ਨਹੀਂ, ਸੰਸਾਰ ਤਾਂ ਵਿਅਰਥ ਦੀਆਂ ਕਾਰ ਵਿਹਾਰਾਂ ਦੇ ਵਿੱਚ ਲੱਗਾ ਹੋਇਆ ਏ, ਵੱਖ-ਵੱਖ ਕਰਮਾਂ ਦੇ ਨਾਲ, ਵੱਖ-ਵੱਖ ਤਰੀਕਿਆਂ ਦੇ ਨਾਲ ਕਿ ਮੈਂ ਅਕਾਲ ਪੁਰਖ ਨੂੰ ਪਾ ਲਵਾਂ, ਪਰ ਪਾਇਆ ਕਿੰਨੇ ਆ? ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ। ਜਿਨੇ ਆਪਣਾ ਆਪ ਉਸ ਅਕਾਲ ਪੁਰਖ ਨੂੰ ਸਮਰਪਿਤ ਕਰ ਦਿੱਤਾ, ਜਿਨੇ ਆਪਣਾ ਆਪ ਉਸ ਗੁਰੂ ਦੇ ਚਰਨਾਂ ਦੇ ਵਿੱਚ ਰੱਖ ਦਿੱਤਾ, ਜਿਨ੍ਹਾਂ ਆਪਣਾ ਆਪ ਪਰਮਾਤਮਾ ਦੇ ਚਰਨਾਂ ਦੇ ਵਿੱਚ ਰੱਖ ਕੇ ਆਪਣਾ ਸਾਰਾ ਕੁਝ ਪਰਮਾਤਮਾ ਨੂੰ ਸੌਂਪ ਦਿੱਤਾ ਕਿ ਮਾਲਕਾ ਮੇਰੇ ਹੁਣ ਜੀਵਨ ਦਾ ਸਹਾਈ ਤੂੰ ਹੈ, ਚਾਹੇ ਤੂੰ ਇਸ ਸੰਸਾਰ ਸਾਗਰ ਦੇ ਵਿੱਚ ਖਚਤ ਕਰ ਦੇ, ਡੋਬ ਲੈ, ਤੇ ਚਾਹੇ ਤੂੰ ਮੇਰੇ ਤੇ ਕਿਰਪਾ ਕਰ ਕਿ ਮੈਨੂੰ ਬਾਂਹ ਮੇਰੀ ਪਕੜ ਕੇ ਇਸ ਸੰਸਾਰ ਸਾਗਰ ਦੇ ਵਿੱਚੋਂ ਕੱਢ ਲੈ। ਬਾਹਾਂ ਪਕੜ ਕੱਢ ਲੀਨੇ ਆਪਣੇ ਗ੍ਰਹਿ ਅੰਧਕੂਪ ਤੇ ਮਾਇਆ। ਜਦੋਂ ਮਾਲਕ ਦੀ ਕਿਰਪਾ ਹੋ ਗਈ, ਉਹਨੇ ਮੈਨੂੰ ਸੰਸਾਰ ਸਾਗਰ ਦੇ ਵਿੱਚੋਂ ਕੱਢ ਕੇ ਬਾਹਰ ਰੱਖ ਦਿੱਤਾ। ਜਦੋਂ ਮਾਲਕ ਨੇ ਮੇਰੇ ਉੱਤੇ ਰਹਿਮਤ ਕਰ ਦਿੱਤੀ, ਮੇਰਾ ਸਹਾਈ ਹੋ ਗਿਆ, ਤਾਤੀ ਵਾਓ ਨਾ ਲੱਗਈ, ਪਾਰ ਬ੍ਰਹਮ ਸਰਨਾਈ, ਚੌਗਿਰਦ ਹਮਾਰੇ ਰਾਮਕਾਰ, ਦੁੱਖ ਲੱਗੇ ਨਾ ਭਾਈ। ਤੇ ਕਹਿੰਦੇ ਫਿਰ ਕਿਸੇ ਪ੍ਰਕਾਰ ਦਾ ਦੁੱਖ ਨਹੀਂ ਲੱਗਦਾ ਜਦੋਂ ਗੁਰੂ ਆਪਣੇ ਪਿਆਰਿਆਂ ਉੱਤੇ ਸਹਾਈ ਹੋ ਜਾਂਦਾ ਏ, ਜਦੋਂ ਗੁਰੂ ਆਪਣੇ ਪਿਆਰਿਆਂ ਉੱਤੇ ਰਹਿਮਤ ਕਰ ਦਿੰਦਾ ਏ, ਮਦਦਗਾਰ ਜਦੋਂ ਗੁਰੂ ਹੋ ਜਾਂਦਾ ਏ, ਤੇ ਫਿਰ ਅਖੀਰ ਦੇ ਵਿੱਚ ਪਦਵੀ ਕਿਹੜੀ ਮਿਲਦੀ ਹੈ? ਜਿਸ ਕਿਰਪਾ ਕਰੇ ਤਿਸ ਪੂਰਨ ਸਾਜ, ਕਬੀਰ ਕੋ ਸੁਆਮੀ ਗਰੀਬ ਨਵਾਜ। ਭਗਤ ਕਬੀਰ ਜੀ ਕਿਰਪਾ ਕਰਦੇ ਨੇ, ਆਖਦੇ ਨੇ, ਕਹਿੰਦੇ ਅਕਾਲ ਪੁਰਖ ਨੇ ਮੇਰੇ ਉੱਤੇ ਕਿਰਪਾ ਕੀਤੀ, ਮੇਰੇ ਉੱਤੇ ਰਹਿਮਤ ਕੀਤੀ, ਤੇ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਮੈਨੂੰ ਸਾਰੀਆਂ ਬਰਕਤਾਂ ਮਿਲ ਗਈਆਂ, ਤੇ ਪਰਮਾਤਮਾ ਨੇ ਮੇਰੇ ਵਰਗੇ ਗਰੀਬ ਨੂੰ ਜਿਹੜਾ ਇਹ ਬੜੀ ਉੱਚੀ ਪਦਵੀ ਦੇ ਕੇ ਨਵਾਜ ਦਿੱਤਾ ਏ। ਦੁਨੀਆ ਦੇ ਲੋਕ ਜਿਹਨੂੰ ਨੀਵੀਂ ਜਾਤ ਕਰਕੇ ਦੁਰਕਾਰਦੇ ਸਨ, ਉਹ ਮਾਲਕ ਨੇ ਮੇਰੇ ਉੱਤੇ ਕਿਰਪਾ ਕੀਤੀ। ਜਿਵੇਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਚਨ ਅਸੀਂ ਪੜ੍ਹਦੇ ਹਾਂ, ਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਆਖਦੇ ਨੇ, ਕਹਿੰਦੇ ਕਿ ਮੈਂ ਤਾਂ ਗਲੀਆਂ ਦੇ ਵਿੱਚ ਰੁਲਦਾ ਫਿਰਦਾ ਸੀ,
ਪਰ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਐਸੀ ਮੇਰੇ ਉੱਤੇ ਰਹਿਮਤ ਕੀਤੀ ਕਿ ਮੈਨੂੰ ਪਾਤਸ਼ਾਹੀ ਬਖਸ਼ ਦਿੱਤੀ ਹੈ। ਅੱਜ ਅਸੀਂ ਯਾਦ ਕਰਦੇ ਹਾਂ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ। ਗੁਰਮੁਖ ਪਿਆਰਿਓ, ਇਹ ਬਚਨ ਅਸੀਂ ਤਾਂ ਹੀ ਅੱਜ ਪੜ੍ਹਦੇ ਹਾਂ ਕਿ ਗੁਰੂ ਪਾਤਸ਼ਾਹ ਜੀ ਕਹਿੰਦੇ ਮੈਂ ਤੇ ਇੰਨੇ ਜੋਗਾ ਨਹੀਂ ਸੀ, ਮੇਰੀ ਕੋਈ ਇੰਨੀ ਕਾਇਆ ਨਹੀਂ ਸੀ, ਪਰ ਗੁਰੂ ਨੇ ਮੇਰੇ ਉੱਤੇ ਕਿਰਪਾ ਕੀਤੀ, ਗੁਰੂ ਨੇ ਮੇਰੇ ਉੱਤੇ ਰਹਿਮਤ ਕੀਤੀ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਗੁਰੂ ਨੇ ਮੇਰੇ ਉੱਤੇ ਕਿਰਪਾ ਕਰਕੇ, ਮੇਰੇ ਉੱਤੇ ਰਹਿਮਤ ਕਰਕੇ ਮੈਨੂੰ ਉਹ ਪਾਤਸ਼ਾਹੀ ਬਖਸ਼ ਦਿੱਤੀ, ਜਿਸ ਵਿਚਾਰ ਨੂੰ ਅੱਜ ਭਗਤ ਕਬੀਰ ਸਾਹਿਬ ਜੀ ਅੱਜ ਦੇ ਇਸ ਸ਼ਬਦ ਅੰਦਰ ਕਹਿ ਰਹੇ ਨੇ। ਕਹਿੰਦੇ ਫਿਰ ਮੈਨੂੰ ਉਹ ਪਰਮਗਤ ਪ੍ਰਾਪਤ ਹੋ ਗਈ, ਫਿਰ ਮੈਂ ਉਹ ਪਦਵੀ ਹਾਸਲ ਕਰ ਲਈ ਜਦੋਂ ਅਕਾਲ ਪੁਰਖ ਪਰਮਾਤਮਾ ਮੇਰਾ ਸਹਾਈ ਹੋ ਗਿਆ। ਅਬ ਮੋਕੋ ਭਏ ਰਾਜਾ ਰਾਮ ਸਹਾਈ, ਜਨਮ ਮਰਨ ਕੱਟ ਪਰਮਗਤ ਪਾਈ। ਉਹ ਪਰਮਗਤ ਮੈਨੂੰ ਪ੍ਰਾਪਤ ਹੋ ਗਈ, ਕਿਉਂਕਿ ਮੈਨੂੰ ਗਰੀਬ ਨੂੰ ਉਸ ਅਕਾਲ ਪੁਰਖ ਨੇ ਨਵਾਜ ਕੇ ਉਹ ਪਦਵੀ ਤੱਕ ਪਹੁੰਚਾ ਦਿੱਤਾ, ਉਸ ਰਹਿਮਤ ਤੱਕ ਪਹੁੰਚਾ ਦਿੱਤਾ, ਉਹ ਅਸਥਾਨ ਤੱਕ ਪਹੁੰਚਾ ਦਿੱਤਾ। ਇੰਨੀਆਂ ਬੇਨਤੀਆਂ ਪ੍ਰਵਾਨ। ਗੁਰਮੁਖ ਪਿਆਰਿਓ, ਇਹੀ ਅਰਦਾਸ ਆਪ ਸਭ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਕਰਿਆ ਕਰੀਏ। ਮੰਗਣਾ ਮੰਗਣ ਨੀਕਾ, ਹਰ ਜਸ ਗੁਰ ਤੇ ਮੰਗਣਾ। ਬਹੁਤ ਬਹੁਤ ਧੰਨਵਾਦ ਆਪ ਸੰਗਤਾਂ ਦਾ ਜੋ ਰੋਜ਼ਾਨਾ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਲੜੀਆਰ ਕਥਾ ਸਰਵਣ ਕਰਨ ਵਾਸਤੇ ਆਪ ਸਭ ਸੰਗਤਾਂ ਪਹੁੰਚਦੇ ਜੇ। ਧੰਨਵਾਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਧੰਨਵਾਦ ਗਿਆਨੀ ਜੀ ਦਾ ਜਿਨ੍ਹਾਂ ਨੇ ਇਹ ਸਮਾਂ ਦੇ ਕੇ ਨਵਾਜਿਆ, ਸਮੁੱਚੀ ਮੈਨੇਜਮੈਂਟ ਦਾ, ਤੇ ਕੋਟਨ ਕੋਟ ਧੰਨਵਾਦ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਨ੍ਹਾਂ ਨੇ ਇਹ ਸੁਭਾਗੜਾ ਸਮਾਂ ਸਾਨੂੰ ਪ੍ਰਾਪਤ ਕਰਵਾਇਆ। ਸਤ ਸੰਗਤ ਵਿੱਚ ਬੈਠ ਕੇ ਗੁਰੂ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਬਚਨ ਸਰਵਣ ਕਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਆਓ ਅਖੀਰ ਦੇ ਵਿੱਚ ਅਸੀਸ ਬਖਸ਼ੋ, ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚਰਨਾਂ 'ਚ ਸੀਸ ਝੁਕਾਈਏ, ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਕਰੀਏ, ਗੁਰੂ ਪਾਤਸ਼ਾਹ ਜੀ ਦੇ ਸਿੱਖਾਂ ਨੂੰ ਪ੍ਰਣਾਮ ਕਰੀਏ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੋਲੋਂ ਆਸ਼ੀਰਵਾਦ ਲਈਏ, ਸਰਬੱਤ ਦੇ ਭਲੇ ਦੀ ਅਰਦਾਸ ਅਸੀਂ ਕਰੀਏ। ਸਮੂਹ ਸੰਗਤ ਪਿਆਰ ਸਹਿਤ ਆਖੋ ਜੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਹੋਈਆਂ ਗਈਆਂ ਭੁੱਲਾਂ ਗਲਤੀਆਂ ਦੀ ਖਿਮਾ, ਫਤਿਹ ਬੁਲਾਈਏ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।